हाँ जी, सत श्री अकाल जी। स्वागत है ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰੇਕ ਪੇਪਰ ਦੇ ਵਿੱਚ ਕੰਪਿਊਟਰ ਦੇ ਕੁਐਸਚਨ ਹਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਹਨ ਤੇ ਬਹੁਤ ਜ਼ਿਆਦਾ ਇਹ ਮਹੱਤਵਪੂਰਨ ਹੁੰਦੇ ਹਨ। ਠੀਕ ਹੈ, ਸੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਕੰਪਿਊਟਰ ਦੇ ਟੌਪ 200 ਕੁਐਸਚਨ ਕਰਾਂਗੇ। ਠੀਕ ਹੈ ਜੀ, ਜੋ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਹੋਣਗੇ ਤੇ ਹਰੇਕ ਪੇਪਰ ਵਿੱਚ ਪੁੱਛੇ ਜਾਂਦੇ ਹਨ। ਠੀਕ ਹੈ, ਸੋ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਬਣੇ ਰਹੋ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇੱਦਾਂ ਦੀ ਹੀ ਜਾਣਕਾਰੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਚੱਲਦੇ ਹਾਂ ਜੀ ਆਪਾਂ ਪਹਿਲੇ ਕੁਐਸਚਨ ਦੇ ਵੱਲ। ਤੇ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਕੁਐਸਚਨ ਕਰਾਂਗੇ, MCQ ਨਹੀਂ ਕਰਾਂਗੇ। ਠੀਕ ਹੈ ਜੀ, ਸੋ ਕੰਪਿਊਟਰ ਦੇ 6 ਮੁੱਖ ਭਾਗ ਕੀ ਹਨ। ਠੀਕ ਹੈ ਜੀ, ਕੰਪਿਊਟਰ ਦੇ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ 6 ਮੁੱਖ ਭਾਗ ਕਿਹੜੇ ਹਨ, ਸੋ ਇਹ ਜੋ ਹੁੰਦੇ ਹਨ ਆਪਣੇ ਮੁੱਖ ਭਾਗ ਹੁੰਦੇ ਹਨ PC ਦੇ ਕੰਪਿਊਟਰ ਦੇ। ਠੀਕ ਹੈ ਜੀ, ਸੋ ਸਭ ਤੋਂ ਜੋ ਮੇਨ ਹੁੰਦਾ ਹੈ ਉਹ ਆਪਣਾ CPU ਹੁੰਦਾ, ਸੈਂਟਰ ਪ੍ਰੋਸੈਸਿੰਗ ਯੂਨਿਟ। ਤੇ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕੰਪਿਊਟਰ ਦਾ ਦਿਮਾਗ ਵਜੋਂ ਕਿਸ ਨੂੰ ਜਾਣਿਆ ਜਾਂਦਾ, ਤਾਂ ਵੀ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ CPU। ਤੇ ਜੇਕਰ ਫੁੱਲ ਫਾਰਮ ਪੁੱਛੀ ਜਾਂਦੀ ਹੈ ਤਾਂ ਇਸਦਾ ਸਹੀ ਉੱਤਰ ਹੋਏਗਾ ਸੈਂਟਰ ਪ੍ਰੋਸੈਸਿੰਗ ਯੂਨਿਟ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, ਆਲੋਚਨਾ ਹੈ ਜੀ, CPU ਦੇ 3 ਭਾਗ ਕੀ ਹਨ। ਪਹਿਲਾਂ ਕੰਪਿਊਟਰ ਦੇ ਕੀਤੇ ਸੀ ਤੇ ਹੁਣ ਅੱਗੇ ਆਪਾਂ CPU ਦੇ ਕਰ ਰਹੇ ਹਾਂ। ਸੋ CPU ਦੇ ਜੋ 3 ਭਾਗ ਹਨ ਜੀ, ਮੈਮੋਰੀ ਯੂਨਿਟ, ਕੰਟਰੋਲ ਯੂਨਿਟ, ਗਿਣਤ ਤਰਕ ਇਕਾਈ। ਠੀਕ ਹੈ ਜੀ, ਸੋ ਇਹ ਅੱਗੇ CPU ਦੇ ਆਪਣੇ 3 ਭਾਗ ਹਨ। ਠੀਕ ਹੈ, ਜਿਸ 'ਤੇ ਕਿ CPU ਡਿਪੈਂਡ ਹੁੰਦਾ ਹੈ, CPU ਕੰਮ ਕਰਦਾ ਹੈ। ਠੀਕ ਹੈ, ਸੋ ਅਗਲਾ ਕੁਐਸਚਨ ਹੈ ਜੀ, ਦੇਖੋ ਇੱਕ ਸਿੰਗਲ ਬਾਈਟ ਵਿੱਚ ਕਿੰਨੇ ਬਿੱਟ ਹੁੰਦੇ ਹਨ। ਠੀਕ ਹੈ ਜੀ, ਸੋ ਮੈਂ ਥੋੜ੍ਹਾ ਜ਼ੂਮ ਕਰ ਦਿੰਦਾ। ਠੀਕ ਹੈ, ਸੋ ਇੱਕ ਸਿੰਗਲ ਬਿੱਟ ਵਿੱਚ ਕਿੰਨੇ ਬਿੱਟ ਹੁੰਦੇ ਹਨ, ਤੁਹਾਡਾ ਬਿਲਕੁਲ ਜੋ ਰਾਈਟ ਆਨਸਰ ਹੋਏਗਾ ਉਹ ਹੋਏਗਾ ਜੀ 8 ਬਿੱਟ। ਠੀਕ ਹੈ ਜੀ, ਇੱਕ ਸਿੰਗਲ ਬਿੱਟ ਵਿੱਚ ਤੁਹਾਨੂੰ ਪੁੱਛਿਆ ਜਾਂਦਾ ਤਾਂ 8 ਬਿੱਟ ਹੁੰਦੇ ਹਨ ਮੈਕਸੀਮਮ। ਠੀਕ ਹੈ ਜੀ, ਸੋ ਬਾਕੀ ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਸੋ ਅਗਲਾ ਕੁਐਸਚਨ ਹੈ ਜੀ, ਕਿੰਨੇ ਮੈਗਾਬਾਈਟ ਵਿੱਚ 1 ਗੀਗਾਬਾਈਟ ਬਣਾਉਂਦਾ ਹੈ। ਠੀਕ ਹੈ ਜੀ, ਕਿੰਨਾ ਮਤਲਬ ਕਿ ਕਿੰਨੇ ਮੈਗਾਬਾਈਟ ਬਣਨ ਕਿ ਇੱਕ ਆਪਣਾ ਜੋ ਗੀਗਾਬਾਈਟ ਭਾਵ GB ਬਣੇਗਾ। ਠੀਕ ਹੈ, ਸੋ ਇਹਦਾ ਜੋ ਰਾਈਟ ਆਨਸਰ ਹੋਏਗਾ ਉਹ ਹੈ ਜੀ 1024। ਜਦੋਂ MB ਹੁੰਦੀ ਹੈ ਉਹ ਕਿੰਨੇ ਬਰਾਬਰ ਹੁੰਦੀ ਹੈ, 1 GB ਦੇ ਭਾਵ 1 ਗੀਗਾਬਾਈਟ ਦੇ ਬਰਾਬਰ ਹੁੰਦੀ ਹੈ। ਠੀਕ ਹੈ ਜੀ, ਸੋ ਅਗਲਾ ਕੁਐਸਚਨ ਹੈ ਜੀ, ਲਾਈਵ ਵੇਵਰ ਕਿਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਤੁਸੀਂ ਕੁਐਸਚਨ ਜ਼ਰੂਰ ਧਿਆਨ 'ਚ ਰੱਖਿਓ। ਲਾਈਵ ਵੇਵਰ ਕਿਹਨੂੰ ਕਿਹਾ ਜਾਂਦਾ ਹੈ, ਜਿਹੜਾ ਉਹ ਵਿਅਕਤੀ, ਉਹ ਲੋਕ ਜਾਂ ਉਹ ਵਿਅਕਤੀ ਜੋ ਕੰਪਿਊਟਰ ਨਾਲ ਕੰਮ ਕਰਦੇ ਹਨ। ਕੰਪਿਊਟਰ ਨਾਲ ਕੰਮ ਕਿਸੇ ਵੀ ਸਟਰੀਮ ਵਿੱਚ ਹੋ ਸਕਦਾ ਹੈ, ਕਿਸੇ ਵੀ ਸਟਰੀਮ ਦੇ ਵਿੱਚ ਹੋ ਸਕਦਾ ਹੈ ਕੰਮ ਕੰਪਿਊਟਰ ਦੇ ਨਾਲ ਕਰਨਾ। ਕੋਈ ਵੀ ਵਿਅਕਤੀ ਜਦੋਂ ਕੰਮ ਕਰਦਾ ਤਾਂ ਉਸ ਨੂੰ ਇੱਕ ਕੰਪਿਊਟਰੀ ਭਾਸ਼ਾ ਵਿੱਚ ਇੱਕ ਨਾਂ ਦਿੱਤਾ ਜਾਂਦਾ ਹੈ, ਲਾਈਵ ਵੇਵਰ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਅਗਲਾ ਕੁਐਸਚਨ ਹੈ ਜੀ, ਪਾਸਕਲ ਲਾਈਨ ਵਜੋਂ ਜਾਣੇ ਜਾਂਦੇ ਮੈਕੈਨੀਕਲ ਕੈਲਕੂਲੇਟਰ ਦੀ ਖੋਜ ਕਿਸ ਨੇ ਕੀਤੀ ਸੀਗੀ। ਠੀਕ ਹੈ, ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬਲੇਜ਼ ਪਾਸਕਲ ਨੇ। ਠੀਕ ਹੈ ਜੀ, ਬਲੇਜ਼ ਪਾਸਕਲ ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਸੋ ਅਗਲਾ ਕੁਐਸਚਨ ਹੈ, ਕਿਹੜੀ ਕੰਪਿਊਟਰ ਯੂਨਿਟ ਸਾਰੇ ਗਣਿਤਿਕ ਅਤੇ ਲਾਜੀਕਲ ਫੰਕਸ਼ਨ ਕਰਦੀ ਹੈ। ਠੀਕ ਹੈ, ਕੰਪਿਊਟਰ ਵਿੱਚ ਕਿਹੜੀ ਉਹ ਯੂਨਿਟ ਹੈ ਜੋ ਗਣਿਤਿਕ ਅਤੇ ਲਾਜੀਕਲ ਫੰਕਸ਼ਨਾਂ ਦੀ ਫੰਕਸ਼ਨਿੰਗ ਕਰਦੀ ਹੈ। ਠੀਕ ਹੈ, ਫੰਕਸ਼ਨਿੰਗ ਕਰਦੀ ਹੈ ਕੰਪਿਊਟਰ ਦੇ ਵਿੱਚ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ CPU। ਠੀਕ ਹੈ, ਤਕਰੀਬਨ ਹੀ, ਕਿਉਂਕਿ ਇਸ ਨੂੰ ਹੀ ਕੰਪਿਊਟਰ ਦਾ ਬ੍ਰੇਨ ਕਿਹਾ, ਦਿਮਾਗ ਕਿਹਾ ਜਾਂਦਾ ਹੈ, ਅਤੇ ਤਕਰੀਬਨ ਜਿਹੜੇ ਕੰਮ ਕਰਦਾ ਉਹ CPU ਹੀ ਕਰਦਾ ਹੈ। ਇਸ ਦੇ ਵਿੱਚ ਜੋ ਮਦਰਬੋਰਡ ਹੁੰਦਾ ਹੈ, ਸੋ ਇਸ 'ਤੇ ਵੀ ਤੁਸੀਂ ਅਲੱਗ ਤੋਂ ਸਟੱਡੀ ਕਰ ਸਕਦੇ ਹੋ। ਠੀਕ ਹੈ, ਸੋ ਬਾਕੀ ਅਗਲਾ ਕੁਐਸਚਨ ਹੈ ਜੀ, ਕਿ ਪਹਿਲੀ ਪੀੜ੍ਹੀ ਦੇ ਕੰਪਿਊਟਰ ਵਿੱਚ ਕਿਹੜੇ ਇਲੈਕਟ੍ਰੋਨਿਕ ਕੰਪੋਨੈਂਟ ਵਰਤੇ ਗਏ ਸੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੀ। ਠੀਕ ਹੈ, ਸੋ ਇਹਦਾ ਜੋ ਰਾਈਟ ਆਨਸਰ ਹੈ ਉਹ ਜੀ ਵੈਕਿਊਮ ਟਿਊਬਾਂ। ਠੀਕ ਹੈ ਜੀ, ਪਹਿਲੀ ਪੀੜ੍ਹੀ ਦੇ ਜੋ ਕੰਪਿਊਟਰ ਹੁੰਦੇ ਸੀ ਉਹਨਾਂ ਵਿੱਚ ਕਿਹੜੀਆਂ ਇਲੈਕਟ੍ਰਿਕ ਕੰਪੋਨੈਂਟ ਵਰਤੇ ਜਾਂਦੇ। ਇਲੈਕਟ੍ਰਿਕ ਕੰਪੋਨੈਂਟ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਵੈਕਿਊਮ ਟਿਊਬਾਂ ਜੋ ਹੁੰਦੀਆਂ ਸੀਗੀਆਂ ਇਹ ਵਰਤੀਆਂ ਜਾਂਦੀਆਂ ਸੀ। ਠੀਕ ਹੈ ਜੀ, ਸੋ ਅਗਲਾ ਕੁਐਸਚਨ ਹੈ ਜੀ, ਕੰਪਿਊਟਰ ਦੇ ਬੂਟ ਹੋਣ 'ਤੇ ਕੰਪਿਊਟਰ 'ਤੇ ਕਿਹੜਾ ਪ੍ਰੋਗਰਾਮ ਚੱਲਦਾ ਹੈ। ਕੰਪਿਊਟਰ ਨੂੰ ਜਦੋਂ ਆਪਾਂ ਰਿਫਰੈਸ਼ ਕਰਦੇ ਹਾਂ, ਬੂਟ ਕਰਦੇ ਹਾਂ, ਠੀਕ ਹੈ ਜੀ, ਸੋ ਉਸ ਸਮੇਂ ਉਸ ਸਥਿਰ ਸਮੇਂ 'ਤੇ ਕਿਹੜਾ ਇੱਕ, ਠੀਕ ਹੈ, ਪ੍ਰੋਗਰਾਮ ਕੰਮ ਕਰਦਾ ਕੰਪਿਊਟਰ ਦੇ ਉੱਤੇ, ਤਾਂ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਆਪਰੇਟਿੰਗ ਸਿਸਟਮ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ, ਜੇਕਰ ਕੰਪਿਊਟਰ ਨਾਲ ਬੂਟ ਕਰਦੇ ਹਾਂ ਤਾਂ ਕੰਪਿਊਟਰ 'ਤੇ ਕਿਹੜਾ ਪ੍ਰੋਗਰਾਮ ਚੱਲਦਾ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਆਪਰੇਟਿੰਗ ਸਿਸਟਮ। ਠੀਕ ਹੈ ਜੀ, ਸੋ ਅਗਲਾ ਕੁਐਸਚਨ ਹੈ ਜੀ, ਕੀਬੋਰਡ, ਮਾਊਸ ਅਤੇ ਜੋਇਸਟਿਕ ਕਿਸ ਕਿਸਮ ਦੇ ਯੰਤਰ ਹਨ। ਠੀਕ ਹੈ, ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਇਨਪੁੱਟ ਡਿਵਾਈਸ ਹਨ। ਠੀਕ ਹੈ ਜੀ, ਇਨਪੁੱਟ ਆਪਾਂ ਕੀ ਕਰਦੇ ਹਾਂ, ਆਊਟਪੁੱਟ ਦਿੰਦੇ ਹਾਂ। ਠੀਕ ਹੈ, ਆਊਟਪੁੱਟ ਆਪਾਂ ਕੀ ਕਰਦੇ ਹਾਂ, ਫੋਰ ਐਗਜ਼ਾਮਪਲ ਜਿਵੇਂ ਕੀਬੋਰਡ ਹੁੰਦਾ ਤਾਂ ਉਸ ਨੂੰ ਆਪਾਂ ਕੀਤਾ ਨੋਟਪੈਡ ਜਾਂ ਵਰਡਪੈਡ, ਜਿੱਥੇ ਵੀ ਜਾ ਕੇ ਆਪਾਂ ਇੱਕ ਆਪਣਾ ਨਾਮ ਲਿਖਿਆ। ਠੀਕ ਹੈ, ਜਿੱਦਾਂ ਮੈਂ ਕੈਰੀਅਰ ਐਂਡ ਇਨਫੋ ਲਿਖਦਾ ਹਾਂ ਤਾਂ ਮੈਂ ਕੀ ਕੀਤਾ, ਆਊਟਪੁੱਟ ਦਿੱਤੀ, ਤਾਂ ਮੈਨੂੰ ਕੰਪਿਊਟਰ ਨੇ ਇਸ ਨੇ ਕੀ ਦਿੱਤੀ, ਇਨਪੁੱਟ ਦੇ ਦਿੱਤੀ। ਠੀਕ ਹੈ, ਮਾਊਸ 'ਤੇ ਵੀ ਆਪਾਂ ਕਲਿੱਕ ਬੈਕ ਕਰਦੇ ਹਾਂ, ਇਹ ਆਪਾਂ ਨੂੰ ਕੀ ਦਿੰਦਾ, ਇਨਪੁੱਟ ਦਿੰਦਾ ਹੈ। ਅਤੇ ਜੋਇਸਟਿਕ ਜੋ ਹੁੰਦੀ ਹੈ ਇਹ ਇੱਕ ਤਰ੍ਹਾਂ ਦਾ ਰਿਮੋਟ ਹੁੰਦਾ ਹੈ, ਗੇਮਿੰਗ ਰਿਮੋਟ ਹੁੰਦਾ, ਜਿਸ 'ਤੇ ਆਪਾਂ ਈਜ਼ੀਲੀ ਗੇਮਿੰਗ ਕਰ ਸਕਦੇ ਹਾਂ। ਤਾਂ ਆਪਾਂ ਕੀ ਕਰਦੇ ਹਾਂ, ਇਸ ਤੋਂ ਵੀ ਆਪਾਂ ਆਊਟਪੁੱਟ ਦਿੰਦੇ ਹਾਂ ਅਤੇ ਆਪਾਂ ਨੂੰ ਇਨਪੁੱਟ ਦਿੰਦਾ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਅਗਲਾ ਕੁਐਸਚਨ ਹੈ ਜੀ, ਵਿੰਡੋਜ਼ ਦੇ ਪਹਿਲੇ ਸੰਸਕਰਨ ਨੂੰ
ਕੀ ਕਿਹਾ ਜਾਂਦਾ ਹੈ। ਠੀਕ ਹੈ, ਸੋ ਵਿੰਡੋ ਦੇ ਪਹਿਲੇ ਜਿਹੜੇ ਸੰਸਕਰਨ ਸੀਗੇ, ਠੀਕ ਹੈ ਜੀ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਉਸ ਟਾਈਮ 'ਤੇ? ਸੋ ਉਸ ਨੂੰ ਕਿਹਾ ਜਾਂਦਾ ਸੀ ਇੰਟਰਫੇਸ ਮੈਨੇਜਰ ਕਿਹਾ ਜਾਂਦਾ ਸੀ। ਸੋ ਸਭ ਤੋਂ ਪਹਿਲਾਂ ਕਦੋਂ ਇਹ ਹੋਂਦ ਵਿੱਚ ਆਏ ਸੀ? 1983 ਦੇ ਵਿੱਚ। ਪੂਰੀ ਤੁਸੀਂ ਇਹ ਸਾਰਿਆਂ ਨੂੰ ਵੀ ਯਾਦ ਰੱਖਣਾ ਹੈ, ਠੀਕ ਹੈ ਜੀ, ਕਿਉਂਕਿ ਇਹ ਵੀ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਰੱਖਣਾ ਜੀ ਵਿੰਡੋ ਵਿਸਟਾ, ਠੀਕ ਹੈ ਜੀ, ਬਹੁਤ ਪੁਰਾਣੀਆਂ ਹੋ ਗਈਆਂ ਵਿੰਡੋ ਵਿਸਟਾ। ਪਹਿਲਾਂ ਜੋ ਕੰਪਿਊਟਰ ਹੁੰਦੇ, ਅੱਜ ਕੱਲ੍ਹ ਤਾਂ ਤਕਰੀਬਨ ਹੀ ਖਤਮ ਹੋ ਗਿਆ ਵਿੰਡੋ ਵਿਸਟਾ। ਸੋ ਇਸ ਦਾ ਕੋਡ ਨਾਮ ਹੁੰਦਾ ਸੀਗਾ, ਉਹ ਤੁਸੀਂ ਦੱਸਣਾ, ਠੀਕ ਹੈ ਜੀ। ਸੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਲੋਗ ਹੋਰਨ, ਠੀਕ ਹੈ ਜੀ, ਇਸ ਦਾ ਬਿਲਕੁਲ ਰਾਈਟ ਆਨਸਰ ਹੈ ਵਿੰਡੋ ਵਿਸਟਾ ਦੇ ਵਿੱਚ ਕੋਡ ਨਾਮ ਸੀਗਾ ਅਤੇ ਉਹਦਾ ਕੀ ਨਾਮ ਸੀਗਾ? ਲੋਗ ਹੋਰਨ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਅਗਲਾ ਪ੍ਰਸ਼ਨ ਹੈ ਜੀ HTML ਕਿਸ ਕਿਸਮ ਦਾ ਫਾਰਮੈਟ ਹੈ? HTML ਦੇ ਬਾਰੇ ਵਿੱਚ ਤੁਸੀਂ ਜਾਣਦੇ ਹੋਗੇ। ਆਪਾਂ ਖਾਸ ਤੌਰ 'ਤੇ ਜਦੋਂ ਆਪਾਂ 10ਵੀਂ ਕਲਾਸ ਵਿੱਚ ਪੜ੍ਹਦੇ ਸੀ, ਜਿਨ੍ਹਾਂ ਨੂੰ ਯਾਦ ਹੋਏਗਾ, ਸੋ ਉਸ ਦੇ ਉੱਤੇ ਇਸ 'ਤੇ ਬਹੁਤ ਵੱਡਾ ਇੱਕ ਚੈਪਟਰ ਹੈ, ਵਿਸਥਾਰ ਨਾਲ ਦੱਸਿਆ ਹੋਇਆ, ਠੀਕ ਹੈ ਜੀ। ਸੋ ਇੱਕ ਕੀ ਹੈ? ਦਸਤਾਵੇਜ਼ ਫਾਈਲ ਫਾਰਮੈਟ ਹੈ, ਠੀਕ ਹੈ ਜੀ। HTML ਕੀ ਹੈ? ਦਸਤਾਵੇਜ਼ ਫਾਈਲ ਫਾਰਮੈਟ ਹੈ। ਇਸ 'ਤੇ ਆਪਾਂ ਇਸ ਨੂੰ ਵੀ ਆਪਾਂ HTML ਕਰਕੇ, ਠੀਕ ਹੈ ਜੀ, ਤਾਂ ਤੁਹਾਨੂੰ ਪਤਾ ਹੋਊਗਾ ਦਸਤਾਵੇਜ਼ ਫਾਈਲ ਫਾਰਮੈਟ ਕੀ ਹੁੰਦਾ ਹੈ। ਬਾਕੀ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਰੱਖਣਾ ਜੀ, ਉਸ ਸਾਫਟਵੇਅਰ ਦਾ ਨਾਮ ਕੀ ਹੈ ਜੋ ਸਾਨੂੰ ਇੰਟਰਨੈਟ ਬਰਾਊਜ਼, ਠੀਕ ਹੈ ਜੀ, ਕਰਨ ਦੀ ਇਜਾਜ਼ਤ ਦਿੰਦਾ ਹੈ? ਸੋ ਇੱਦਾਂ ਜੋ ਸਾਰਿਆਂ ਨੂੰ ਉੱਤਰ ਪਤਾ ਹੋਊਗਾ, ਉਹ ਬਰਾਊਜ਼ਰ ਹੁੰਦਾ ਹੈ। ਬਰਾਊਜ਼ਰ ਤੁਹਾਨੂੰ ਪਤਾ ਹੀ ਹੋਊਗਾ, ਜਿੱਦਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਹੁੰਦਾ ਹੈ, ਕਰੋਮ ਹੋ ਗਿਆ, UC ਮਿਨੀ ਹੋ ਗਿਆ, ਯਾਹੂ ਹੋ ਗਿਆ, ਪੇਰਾ ਮਿਨੀ ਹੋ ਗਿਆ, ਸਾਰੇ ਬਰਾਊਜ਼ਰ ਹਨ। ਇਹਨਾਂ ਵਿੱਚ ਸਰਚ ਇੰਜਨ ਹੁੰਦੇ ਆ ਜੋ ਆਪਾਂ ਨੂੰ ਕੀ ਹੈ? ਇੰਟਰਨੈਟ ਦੀ ਇੱਕ ਸੁਵਿਧਾ ਪ੍ਰਦਾਨ ਕਰਦੇ ਆ। ਆਪਾਂ ਨੂੰ ਕੁਛ ਚਾਹੀਦਾ ਸਰਚ ਕਰਨਾ ਹੈ ਤਾਂ ਆਪਾਂ ਸਰਚ ਕਰਦੇ ਹਾਂ ਬਰਾਊਜ਼ਰ 'ਤੇ ਜਾ ਕੇ, ਠੀਕ ਹੈ। ਸੋ ਜ਼ਰੂਰ ਧਿਆਨ ਰੱਖਿਓ ਇਸ ਨੂੰ ਵੀ। ਅਤੇ ਜੇਕਰ ਤੁਹਾਨੂੰ ਜਾਣਕਾਰੀ ਇੱਥੇ ਤੱਕ ਵਧੀਆ ਲੱਗ ਰਹੀ ਹੈ, ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਸੋ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ ਲਾਸਟ ਨੇ ਜੀ, ਧਿਆਨ ਨਾਲ ਦੇਖੋ। ਪਾਵਰ ਬੰਦ ਹੋਣ 'ਤੇ ਐਕਸ ਅਤੇ ਮੇਨ ਮੈਮਰੀ ਆਪਣੀ ਸਮੱਗਰੀ ਕਿਉਂ ਗਵਾ ਦਿੰਦੀਆਂ ਹਨ? ਠੀਕ ਹੈ, ਜਦੋਂ ਪਾਵਰ ਬੰਦ ਹੋ ਜਾਂਦੀ ਹੈ ਕੰਪਿਊਟਰ ਦੀ, ਆਪਾਂ ਇੱਥੇ ਗੱਲ ਕਰ ਲੈਂਦੇ ਹਾਂ, ਠੀਕ ਹੈ। ਸੋ ਕੈਸ਼ ਅਤੇ ਮੇਨ ਮੈਮਰੀ ਆਪਣੀ ਸਮੱਗਰੀ ਕਿਉਂ ਗਵਾ ਦਿੰਦੀ ਹੈ? ਕਿਉਂਕਿ, ਠੀਕ ਹੈ ਜੀ, ਕਿਉਂਕਿ ਉਹ ਅਸਥਿਰ ਹਨ, ਠੀਕ ਹੈ ਜੀ। ਸਥਿਰ ਆਪਣੀ ਥਾਂ 'ਤੇ ਉਹ ਸਥਿਰ ਨਹੀਂ ਹੈਗੇ, ਠੀਕ ਹੈ, ਸਥਿਰ ਨਹੀਂ ਹੈਗੀਆਂ। ਇਸੇ ਕਰਕੇ ਜੋ ਹੁੰਦੀਆਂ ਹਨ, ਜਦੋਂ ਪਾਵਰ ਬੰਦ ਹੋ ਜਾਂਦੀ ਹੈ, ਕਿਸੇ ਕਾਰਨ ਝਟਕਾ ਲੱਗਦਾ ਹੈ, ਤਾਂ ਇਹ ਆਪਣੀ ਸਮੱਗਰੀ ਹਨ ਗਵਾ ਦਿੰਦੀਆਂ ਹਨ। ਸੋ ਇਸ ਲਈ ਵਿਆਖਿਆ ਵੀ ਹੈਗੀ ਹੈ ਅਸਥਿਰ ਮੈਮਰੀ, ਠੀਕ ਹੈ, ਅਸਥਿਰ ਮੈਮਰੀ ਦੱਸੀ ਗਈ। ਅਸਥਿਰ ਮੈਮਰੀ ਇੱਕ ਕੰਪਿਊਟਰ ਮੈਮਰੀ ਹੈ, ਠੀਕ ਹੈ, ਮੈਮਰੀ ਵਿੱਚ ਸਟੋਰ ਕੀਤੀ ਜਾਂਦੀ ਹੈ, ਠੀਕ ਹੈ ਜੀ। ਅਸਥਿਰ ਮੈਮਰੀ ਜੋ ਕੰਪਿਊਟਰ ਵਿੱਚ ਸਟੋਰ ਕੀਤੀ ਜਾਂਦੀ ਹੈ, ਜੋ ਡਿਵਾਈਸ ਦੇ ਸੰਚਲਿਤ ਹੋਣ ਦੇ ਦੌਰਾਨ ਹੀ ਇਸ ਦੇ ਡਾਟਾ ਨੂੰ ਬਣਾਉਂਦੀ ਹੈ, ਠੀਕ ਹੈ। ਭਾਵ ਜਦੋਂ ਚੱਲ ਰਿਹਾ, ਠੀਕ ਹੈ ਜੀ, ਉਦੋਂ ਹੀ ਇਹ ਆਪਣੇ ਡਾਟਾ ਨੂੰ ਬਣਾਉਂਦੀ ਹੈ ਅਤੇ ਉੱਥੋਂ ਤੱਕ ਹੀ ਸਥਿਰ ਰਹਿੰਦੀ ਹੈ। ਉਸ ਤੋਂ ਬਾਅਦ ਜਦੋਂ ਪਾਵਰ ਬੰਦ ਹੋ ਜਾਂਦੀ ਹੈ, ਝਟਕਾ ਲੱਗਦਾ ਹੈ, ਤਾਂ ਇਹ ਕੀ ਹੋ ਜਾਂਦੀ ਹੈ? ਅਸਥਿਰ ਹੋ ਜਾਂਦੀ ਹੈ ਅਤੇ ਆਪਣੇ ਡਾਟਾ ਨੂੰ ਜੋ ਜਿਸ ਸਮੱਗਰੀ ਨੂੰ ਗਵਾ ਦਿੰਦੀ ਹੈ, ਠੀਕ ਹੈ ਜੀ। ਸੋ ਅਗਲਾ ਪ੍ਰਸ਼ਨ ਜੀ, ਇੱਕ CD ਡਰਾਈਵ ਵਿੱਚ ਕਿਹੜੀ ਤਕਨੋਲੋਜੀ ਵਰਤੀ ਜਾਂਦੀ ਹੈ? ਠੀਕ ਹੈ, CD ਡਰਾਈਵ ਤੁਹਾਨੂੰ ਪਤਾ ਹੀ ਹੋਏਗਾ। CD ਆਪਾਂ ਆਮ ਤੌਰ 'ਤੇ ਵਰਤੇ ਹੁੰਦੇ ਸੀ, ਅੱਜ ਕੱਲ੍ਹ ਉਹਨਾਂ ਦਾ ਵੀ ਜ਼ਮਾਨਾ ਕੁਛ ਖਤਮ ਹੋ ਗਿਆ, ਠੀਕ ਹੈ। ਤਾਂ ਉਹਨਾਂ ਵਿੱਚ ਕਿਹੜੀ ਟੈਕਨੋਲੋਜੀ ਵਰਤੀ ਜਾਂਦੀ ਸੀ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਆਪਟੀਕਲ ਲੇਜ਼ਰ, ਠੀਕ ਹੈ। ਜਦੋਂ ਤੁਸੀਂ CD ਡਰਾਈਵ ਫੜਦੇ ਹੋਗੇ, ਤੁਹਾਨੂੰ ਇੱਕ ਚਮਕ ਮਿਲਦੀ ਹੋਏਗੀ ਅਤੇ ਬਲੂ, ਗਰੀਨ, ਠੀਕ ਹੈ, ਚਮਕ ਮਿਲਦੀ ਹੋਏਗੀ। ਸੋ ਉਸ ਨੂੰ ਹੀ ਆਪਾਂ ਆਪਟੀਕਲ ਲੇਜ਼ਰਾਂ ਹੁੰਦੀਆਂ ਸੀ ਉਸ ਵਿੱਚ, ਠੀਕ ਹੈ, ਉਸਨੂੰ ਆਪਟੀਕਲ ਲੇਜ਼ਰ ਕਹਿੰਦੇ ਆ, ਠੀਕ ਹੈ ਜੀ। ਸੋ ਲਾਸਟ ਹੈ ਜੀ MS ਐਕਸਲ, MS ਪਾਵਰ ਪੁਆਇੰਟ ਅਤੇ MS ਵਰਡ। ਇਹ ਤਿੰਨਾਂ 'ਤੇ ਹੀ ਐਗਜ਼ਾਮ ਵਿੱਚ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਹਨ, ਠੀਕ ਹੈ। ਤੁਸੀਂ ਅਲੱਗ ਤੋਂ ਸਟੱਡੀ ਇਸ 'ਤੇ ਕਰ ਸਕਦੇ ਹੋ, ਠੀਕ ਹੈ। ਅਤੇ ਇਹ ਪੁੱਛ ਰਿਹਾ ਕਿ ਇਹ ਕਿਸ ਤਰ੍ਹਾਂ ਦੇ ਸਾਫਟਵੇਅਰ ਹਨ? ਸੋ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਐਪਲੀਕੇਸ਼ਨ ਸਾਫਟਵੇਅਰ ਹਨ, ਠੀਕ ਹੈ ਜੀ। ਇਹ ਜੇਕਰ ਪੁੱਛਿਆ ਤੁਹਾਨੂੰ MS ਐਕਸਲ, MS ਪਾਵਰ ਪੁਆਇੰਟ ਅਤੇ MS ਵਰਡ ਇੱਕ ਇੱਕ ਕਰਕੇ ਪੁੱਛ ਸਕਦਾ, ਤਾਂ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਇਹ ਐਪਲੀਕੇਸ਼ਨ ਸਾਫਟਵੇਅਰ ਹਨ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਹਾਂਜੀ ਅਗਲਾ ਜੀ, ਵਿੰਡੋ ਆਪਰੇਟਿੰਗ ਸਿਸਟਮ ਕਿਸ ਕੰਪਨੀ ਨੇ ਬਣਾਇਆ ਹੈ? ਠੀਕ ਹੈ, ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਮਾਈਕਰੋਸੋਫਟ, ਠੀਕ ਹੈ ਜੀ। ਜਿੰਨੇ ਵੀ ਆਪਣੇ ਕੰਪਿਊਟਰ ਦੇ ਵਿੱਚ ਤਕਰੀਬਨ ਜਿੰਨੇ ਸੌਫਟਵੇਅਰ ਬਣਨਗੇ, ਪ੍ਰੋਗਰਾਮ ਹੋਣਗੇ, ਉਹ ਮਾਈਕਰੋਸੋਫਟ ਦੁਆਰਾ ਹੀ, ਕਾਰਪੋਰੇਸ਼ਨ ਦੁਆਰਾ ਹੀ ਬਣਾਏ ਜਾਂਦੇ ਹਨ, ਠੀਕ ਹੈ। ਸੋ ਵਿੰਡੋ ਆਪਰੇਟਿੰਗ ਸਿਸਟਮ ਹੈ ਜੋ, ਇਹ ਕਿਹੜੀ ਕੰਪਨੀ ਨੇ ਬਣਾਇਆ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਮਾਈਕਰੋਸੋਫਟ ਕਾਰਪੋਰੇਸ਼ਨ ਨੇ, ਠੀਕ ਹੈ ਜੀ। ਸੋ ਅਗਲਾ ਆਪਸ਼ਨ ਹੈ ਜੀ ਪਹਿਲੇ, ਠੀਕ ਹੈ, ਪਹਿਲੇ ਮਾਈਕਰੋ ਪ੍ਰੋਸੈਸਰ ਦਾ ਨਾਮ ਕੀ ਹੈ? ਸੋ ਜੋ ਪਹਿਲਾ ਜੋ ਮਾਈਕਰੋ ਪ੍ਰੋਸੈਸਰ ਸੀਗਾ ਉਹਦਾ ਨਾਮ ਸੀਗਾ ਇੰਟਲ। ਇੰਟਲ ਵੀ ਤੁਸੀਂ ਨਾਮ ਸੁਣਿਆ ਹੋਏਗਾ, ਇੰਟਲ 4004 ਦਾ ਬਿਲਕੁਲ ਰਾਈਟ ਆਨਸਰ ਹੈ। ਇੰਟਲ ਦੇ ਤੁਸੀਂ ਕੰਪਿਊਟਰ, PC, ਠੀਕ ਹੈ ਜੀ, ਲੈਪਟੋਪ ਬਹੁਤ ਚੀਜ਼ਾਂ ਦੇਖੀਆਂ ਹੋਣਗੀਆਂ, ਠੀਕ ਹੈ ਜੀ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਇੰਟਲ 4004, ਠੀਕ ਹੈ। ਸੋ ਅਗਲਾ ਆਪਸ਼ਨ ਹੈ ਜੀ, ਦੇਖੋ ਕੁਐਸਚਨ ਬਣ ਵੀ ਗਿਆ, ਇੰਟਲ ਕੰਪਨੀ ਕਿਸ ਲਈ ਮਸ਼ਹੂਰ ਹੈ? ਸੋ ਇਹ ਹੈ ਜੀ, ਇਹਦਾ ਜਵਾਬ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਇੰਟਲ ਦੁਨੀਆ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਚਿੱਪ ਨਿਰਮਾਤਾ ਹੈ, ਠੀਕ ਹੈ ਜੀ। ਅਤੇ ਇੰਟਲ ਦੇ ਪ੍ਰੋਸੈਸਰ ਜ਼ਿਆਦਾਤਰ ਨਿੱਜੀ ਡੈਸਕਟਾਪ ਕੰਪਿਊਟਰ ਅਤੇ ਲੈਪਟਾਪਾਂ ਵਿੱਚ ਪਾਏ ਜਾਂਦੇ ਹਨ, ਠੀਕ ਹੈ। ਤੁਹਾਨੂੰ ਜਿੱਦਾਂ ਮੈਂ ਦੱਸ ਰਿਹਾ ਸੀਗਾ, ਇੰਟਲ ਜੋ ਹੁੰਦਾ ਅਤੇ PC, ਕੰਪਿਊਟਰ, ਲੈਪਟਾਪ ਪ੍ਰੋਗਰਾਮ, ਠੀਕ ਹੈ ਜੀ, ਜ਼ਿਆਦਾਤਰ ਪ੍ਰੋਸੈਸਰ ਵੀ ਇਸਦੇ ਹੁੰਦੇ ਹਨ। ਸੋ ਜੋ ਜ਼ਿਆਦਾਤਰ ਕੰਪਿਊਟਰ ਅਤੇ ਲੈਪਟਾਪਾਂ ਵਿੱਚ ਹੀ ਪਾਏ ਜਾਂਦੇ ਹਨ, ਠੀਕ ਹੈ ਜੀ।
16 ऑप्शन है जी। 21वां क्वेश्चन आप कर रहे हैं। 21वां क्वेश्चन जी C C++ C हैश जावा PHP ਅਤੇ ਪਾਈਥਨ ਕੀ ਹਨ। ਸੋ ਇਹ ਕੀ ਹਨ, ਇਹਦਾ ਬਿਲਕੁਲ ਰਾਈਟ ਆਨਸਰ ਹੈ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਹਨ। ਠੀਕ ਹੈ ਜੀ, ਇਹ ਜਿੰਨੀਆਂ ਵੀ ਹਨ ਇਹ ਜੋ ਭਾਸ਼ਾਵਾਂ ਹਨ ਬਹੁਤ ਜ਼ਿਆਦਾ ਡਿਫੀਕਲਟ ਹੁੰਦੀਆਂ। ਇਸ 'ਤੇ ਬੇਸ 'ਤੇ ਹੀ ਆਪਣੇ ਜੋ ਹੁੰਦੇ ਹਨ ਕਾਰਟੂਨ ਵਗੈਰਾ ਬਣਦੇ ਹਨ ਜਾਂ ਕੋਈ ਵੀ ਚੀਜ਼ ਬਣਦੀ ਹੈ। ਠੀਕ ਹੈ ਜੀ, ਜੋ ਕਿ ਇਹਨਾਂ ਭਾਸ਼ਾਵਾਂ ਤੋਂ ਬਣਦੇ C++ ਜਾਵਾ ਪਾਈਥਨ। ਠੀਕ ਹੈ ਜੀ, ਸਾਰੀਆਂ ਇਸ ਤੋਂ ਹੀ ਬਣਾਏ ਜਾਂਦੇ ਹਨ, ਕਾਰਟੂਨ ਵਗੈਰਾ ਇਸ ਤੋਂ ਹੀ ਬਣਾਏ ਜਾਂਦੇ ਹਨ, ਹੋਰ ਵੀ ਬਹੁਤ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਠੀਕ ਹੈ ਜੀ। ਸੋ ਅਗਲਾ ਜੀ 22ਵਾਂ ਕੁਐਸਚਨ ਹੈ ਡੌਗ PDF TXT ਭਾਵ ਟੈਕਸਟ PNG ਅਤੇ GPG ਕੀ ਹਨ। ਠੀਕ ਹੈ ਜੀ, ਸੋ ਇਹ 3-4 ਚੀਜ਼ਾਂ ਪੁੱਛੀਆਂ ਹਨ। ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਜੀ ਕੰਪਿਊਟਰ ਫਾਈਲ ਐਕਸਟੈਂਸ਼ਨ। ਠੀਕ ਹੈ ਜੀ, ਇਹ ਐਕਸਟੈਂਸ਼ਨ ਹੁੰਦੀਆਂ ਹਨ। GPG ਕਹਿੰਦੇ ਵਿੱਚ ਲੱਗਦਾ ਹੈ ਇੱਕ ਜਿਵੇਂ ਆਪਣੀ ਇਮੇਜ ਹੁੰਦੀ ਹੈ। ਠੀਕ ਹੈ ਜੀ, ਉਸ ਵਿੱਚ GPG ਲੱਗਦਾ ਅਤੇ PNG ਕਿਹੜੀ ਹੁੰਦੀ ਹੈ ਜੋ ਟਰਾਂਸਪੇਰੈਂਟ ਹੁੰਦੀ ਹੈ। ਠੀਕ ਹੈ, ਟਰਾਂਸਪੇਰੈਂਟ ਇਮੇਜ ਹੁੰਦੀ ਹੈ ਭਾਵ ਜਿਹਦਾ ਬੈਕਗਰਾਊਂਡ ਨਹੀਂ ਹੁੰਦਾ। ਅਤੇ ਟੈਕਸਟ ਵੀ ਤੁਸੀਂ ਜਾਣਦੇ ਹੋ, PDF ਵੀ ਤੁਸੀਂ ਜਾਣਦੇ ਹੋਗੇ ਅਤੇ ਡੌਗ ਫਾਈਲਸ ਵੀ ਤੁਸੀਂ ਜਾਣਦੇ ਹੋਗੇ। ਅਤੇ ਇਹਨਾਂ ਸਾਰਿਆਂ ਨੂੰ ਕੀ ਕਿਹਾ ਜਾਂਦਾ ਹੈ, ਜੇਕਰ ਇਹ ਪੁੱਛਿਆ ਜਾਂਦਾ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਕੰਪਿਊਟਰ ਫਾਈਲ ਐਕਸਟੈਂਸ਼ਨ ਇਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਅਗਲਾ ਆਪਸ਼ਨ ਜੀ 23ਵਾਂ ਕੁਐਸਚਨ ਕੰਪਿਊਟਰ ਡਿਸਪਲੇ ਦੇ ਐਰੋ ਸਿੰਬਲ ਮੋਜੀਸ਼ਨ ਇੰਡੈਕਟਰ ਦਾ ਕੀ ਨਾਮ ਹੈ। ਤੁਸੀਂ ਇਹ ਦੱਸਣਾ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਅਰਸਰ। ਠੀਕ ਹੈ ਜੀ, ਕਰਸਰ ਇਸ ਦਾ ਬਿਲਕੁਲ ਰਾਈਟ ਆਨਸਰ ਹੈ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕੰਪਿਊਟਰ ਡਿਸਪਲੇ ਹੁੰਦੀ ਹੈ। ਠੀਕ ਹੈ, ਕੰਪਿਊਟਰ ਡਿਸਪਲੇ ਹੁੰਦੀ ਹੈ ਉਸਦੀ। ਠੀਕ ਹੈ ਜੀ, ਉਸ ਐਰੋ ਸਿੰਬਲਸ ਹੁੰਦੇ ਹਨ ਮੋਜੀਸ਼ਨ ਇੰਡੀਕੇਟਰ ਦਾ ਕੀ ਨਾਮ ਹੈ। ਇੰਡੀਕੇਟਰ ਹੁੰਦਾ ਹੈ ਮੋਜੀਸ਼ਨ ਇੰਡੀਕੇਟਰ ਤੋਂ ਉਸਦਾ ਨਾਮ ਹੁੰਦਾ ਜੀ ਕਰਸਰ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੈ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ। ਸੋ ਅਗਲਾ 24ਵਾਂ ਕੁਐਸਚਨ ਕੀ ਹੈ ਜਦੋਂ ਆਪਰੇਟਿੰਗ ਸਿਸਟਮ ਚੱਲਦਾ ਹੈ। ਠੀਕ ਹੈ ਜੀ, ਆਪਣਾ ਆਪਰੇਟਿੰਗ ਸਿਸਟਮ ਜੋ ਚੱਲਦਾ ਹੈ ਵਰਕ ਕਰਦਾ ਹੈ ਤਾਂ ਪ੍ਰਕਿਰਿਆ ਦਾ ਨਾਮ ਕੀ ਹੈ। ਜਦੋਂ ਚੱਲਦਾ ਤਾਂ ਉਸ ਪ੍ਰਕਿਰਿਆ ਦਾ ਨਾਮ ਕੀ ਹੈ, ਬੂਟ ਕਰਨਾ। ਠੀਕ ਹੈ ਜੀ, ਉਸ ਦੀ ਪ੍ਰਕਿਰਿਆ ਦਾ ਨਾਮ ਹੈ ਬੂਟ ਕਰਨਾ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ। ਸੋ ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। 25ਵਾਂ ਕੁਐਸਚਨ ਹੈ ਕਿਹੜਾ ਕੰਪਿਊਟਰ ਮੈਮੋਰੀ ਡਾਟਾ ਅਸਥਾਈ ਤੌਰ 'ਤੇ ਸਟੋਰ ਕਰਦਾ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਰੈਂਡਮ ਐਕਸੈਸ ਮੈਮਰੀ। ਠੀਕ ਹੈ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਕਿਹੜਾ ਕੰਪਿਊਟਰ ਹੈ ਜੋ ਮੈਮਰੀ ਡਾਟਾ ਅਸਥਾਈ ਤੌਰ 'ਤੇ ਸਟੋਰ ਕਰਦਾ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਰੈਂਡਮ ਐਕਸੈਸ ਮੈਮਰੀ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ। ਸੋ ਆਪਣਾ ਜੀ 26ਵਾਂ ਕੁਐਸਚਨ ਕੀ ਬਣ ਰਿਹਾ ਆਪਣੇ ਕੋਲ ਹਦਾਇਤਾਂ ਦੇ ਸੈੱਟ ਦਾ ਨਾਮ ਕੀ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਕੰਮ ਕਰਨ ਲਈ ਨਿਰਦੇਸ਼ਿਤ ਦਿੰਦਾ ਹੈ। ਠੀਕ ਹੈ ਜੀ, ਸੋ ਜੋ ਆਪਣੇ ਜੋ ਕੰਪਿਊਟਰ ਦਾ ਹਾਰਡਵੇਅਰ ਹੁੰਦਾ ਉਸ ਨੂੰ ਹਦਾਇਤਾਂ ਦਿੰਦਾ ਹੈ, ਸੈੱਟ ਕਰਦਾ ਹੈ, ਤਾਂ ਉਸਦਾ ਕੀ ਨਾਮ ਹੈ, ਕੰਪਿਊਟਰ ਪ੍ਰੋਗਰਾਮ ਉਸਦਾ ਨਾਮ ਹੈ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਸੋ ਆਪਸ਼ਨ ਜੀ 27ਵਾਂ ਕੁਐਸਚਨ ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਦੌਰਾਨ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਠੀਕ ਹੈ, ਜੋ ਪਹਿਲੀ ਪੀੜ੍ਹੀ ਦੇ ਕੰਪਿਊਟਰ ਸੀ ਉਹਨਾਂ ਵਾਸਤੇ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਰਤੀ ਜਾਂਦੀ ਸੀ। ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਮਸ਼ੀਨੀ ਭਾਸ਼ਾ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਮਸ਼ੀਨੀ ਭਾਸ਼ਾ। ਸੋ ਬਾਕੀ ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। 28ਵਾਂ ਕੁਐਸਚਨ ਦੂਜੀ ਪੀੜ੍ਹੀ ਦੇ ਕੰਪਿਊਟਰਾਂ ਦੌਰਾਨ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ। ਪਹਿਲੀ ਦੀ ਕੀਤੀ ਤਾਂ ਉਦੋਂ ਮਸ਼ੀਨੀ ਭਾਸ਼ਾ, ਅਤੇ ਦੂਸਰੇ ਦਾ ਕਿਹੜਾ ਰਾਈਟ ਆਨਸਰ ਹੈ ਉਹ ਜੀ ਅਸੈਂਬਲੀ ਭਾਸ਼ਾ। ਠੀਕ ਹੈ ਜੀ, ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਲਈ ਮਸ਼ੀਨੀ ਭਾਸ਼ਾ ਵਰਤੀ ਜਾਂਦੀ ਸੀ ਅਤੇ ਦੂਸਰੀ ਪੀੜ੍ਹੀ ਦੇ ਲਈ ਅਸੈਂਬਲੀ ਭਾਸ਼ਾ ਦਾ ਬਿਲਕੁਲ ਰਾਈਟ ਆਨਸਰ ਹੋਏਗਾ, ਜ਼ਰੂਰ ਧਿਆਨ ਵਿੱਚ ਤੁਸੀਂ ਰੱਖਿਓ। ਬਾਕੀ ਅਗਲਾ ਕੁਐਸਚਨ ਹੈ ਜੀ ਪਹਿਲੇ ਆਮ ਉਦੇਸ਼ ਵਾਲੇ ਇਲੈਕਟ੍ਰੋਨਿਕ ਕੰਪਿਊਟਰਾਂ ਦਾ ਨਾਮ ਦੱਸੋ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਯੂਨੀਵੈਕ। ਠੀਕ ਹੈ ਜੀ, ਬਿਲਕੁਲ ਰਾਈਟ ਆਨਸਰ ਹੋਏਗਾ ਪਹਿਲੇ ਆਮ ਉਦੇਸ਼ ਜੋ ਹੁੰਦੇ ਸੀਗੇ। ਠੀਕ ਹੈ ਜੀ, ਵਾਲੇ ਇਲੈਕਟ੍ਰੋਨਿਕ ਕੰਪਿਊਟਰ ਜੋ ਹੁੰਦੇ ਸੀਗੇ। ਠੀਕ ਹੈ ਜੀ, ਆਮ ਉਦੇਸ਼ਾਂ ਵਾਲੇ ਕੰਪਿਊਟਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਯੂਨੀਵੈਕ ਕਿਹਾ ਜਾਂਦਾ ਸੀ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। 30ਵਾਂ ਕੁਐਸਚਨ ਆਪਣੇ ਕੋਲ ਆ ਗਿਆ ਹੈ। ਸੋ 30ਵਾਂ ਕੁਐਸਚਨ ਹੈ ਜੀ ਭਾਰਤ ਦੇ ਮਨੁੱਖੀ ਕੰਪਿਊਟਰ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੋਏਗਾ ਉਹ ਹੈ ਜੀ ਸ਼ਕੁੰਤਲਾ ਦੇਵੀ। ਹਾਂਜੀ, ਬਿਲਕੁਲ ਰਾਈਟ ਆਨਸਰ ਇਸਦਾ ਭਾਰਤ ਦੇ ਮਨੁੱਖੀ ਕੰਪਿਊਟਰ ਵਜੋਂ ਕਿਸ ਨੂੰ ਜਾਣਿਆ ਜਾਂਦਾ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਸ਼ਕੁੰਤਲਾ ਦੇਵੀ ਦੇ ਨਾਂ ਨਾਲ ਜਾਣਿਆ ਜਾਂਦਾ। ਠੀਕ ਹੈ ਜੀ। ਸੋ ਬਾਕੀ ਚੱਲਦੇ ਜੇ ਆਪਾਂ 31ਵੇਂ ਕੁਐਸਚਨ ਦੇ ਵੱਲ। 31ਵਾਂ ਕੁਐਸਚਨ ਹੈ ਜੀ ਐਪਲ ਕੰਪਿਊਟਰਾਂ ਦੁਆਰਾ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਰਤੀ ਜਾਂਦੀ ਹੈ। ਠੀਕ ਹੈ, ਐਪਲ ਦੇ ਜੋ ਕੰਪਿਊਟਰ ਹਨ, ਐਪਲ ਦੇ ਤਾਂ ਤੁਹਾਨੂੰ ਪਤਾ ਹਰੇਕ ਨੂੰ ਪਤਾ ਹੋਊਗਾ ਕਿ ਇਸਦੇ ਜੋ ਫੋਨ ਹਨ ਜਾਂ ਕੋਈ ਵੀ ਚੀਜ਼ ਹੈ ਇਸਦੀ ਟੈਬਲੇਟ ਹੈ, ਕੋਈ ਵੀ ਚੀਜ਼ ਹੈ, ਸੋ ਬਹੁਤ ਮਸ਼ਹੂਰ ਹੈ। ਤਾਂ ਉਹਨਾਂ ਵਿੱਚ ਐਪਲ ਕੰਪਿਊਟਰਾਂ ਦੌਰਾਨ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਰਤੀ ਜਾਂਦੀ ਹੈ। ਸੋ ਹੈ ਜੀ ਸਵਿਫਟ ਭਾਸ਼ਾ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਸਵਿਫਟ ਭਾਸ਼ਾ ਇਹ ਵਰਤਦੇ ਹਨ ਆਪਣੇ ਕੰਪਿਊਟਰਾਂ ਦੇ ਵਿੱਚ। ਠੀਕ ਹੈ ਜੀ, ਪ੍ਰੋਗਰਾਮਿੰਗ ਭਾਸ਼ਾ ਸਵਿਫਟ ਵਰਤੀ ਜਾਂਦੀ ਹੈ। ਸੋ ਅਗਲਾ ਜੀ 32ਵਾਂ ਕੁਐਸਚਨ ਕੰਪਿਊਟਰ ਦਾ ਪਿਤਾ ਕੌਣ ਹੈ। ਠੀਕ ਹੈ ਜੀ, ਕੰਪਿਊਟਰ ਦਾ ਪਿਤਾ ਕੌਣ ਹੈ। ਤੁਹਾਡਾ ਬਿਲਕੁਲ ਰਾਈਟ ਆਨਸਰ ਹੈ ਚਾਰਲਸ ਬੇਬੇਜ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਠੀਕ ਹੈ ਜੀ। ਸੋ ਅਗਲਾ ਜੀ 33ਵਾਂ ਕੁਐਸਚਨ ਦੇਖੋ ਕੀ ਬਣ ਰਿਹਾ ਆਪਣੇ ਕੋਲ
ਪਹਿਲਾਂ ਗੱਲ ਕੀਤੀ ਸੀ ਆਪਾਂ ਕੰਪਿਊਟਰ ਦੀ, ਤੇ ਹੁਣ ਕਰ ਰਹੇ ਹਾਂ ਮਦਰਬੋਰਡ ਦੀ। ਮਦਰਬੋਰਡ ਹੁੰਦਾ ਆਪਣਾ CPU, ਠੀਕ ਹੈ ਜੀ। CPU ਹੁੰਦਾ, CPU ਦੇ ਵਿੱਚ ਜੋ ਇੱਕ ਪਲੇਟ ਲੱਗੀ ਹੁੰਦੀ ਹੈ, ਤੁਸੀਂ ਦੇਖੀ ਹੋਏਗੀ ਸ਼ਾਇਦ, ਠੀਕ ਹੈ। ਉਸ ਨੂੰ ਆਪਾਂ ਮਦਰਬੋਰਡ ਕਹਿੰਦੇ ਹਾਂ। ਤੇ ਮਦਰਬੋਰਡ ਦਾ ਪਿਤਾ ਕੌਣ ਹੈ? ਇਸਦਾ ਹੈ ਜੀ ਰੀਡ ਗਜਲਾ, ਠੀਕ ਹੈ ਜੀ। ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ ਮਦਰਬੋਰਡ ਦਾ ਪਿਤਾ ਕੌਣ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਰੀਡ ਗਜਲਾ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ 34ਵਾਂ ਕੁਐਸਚਨ, ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? ਠੀਕ ਹੈ, ਇਹ ਵੀ ਇੱਕ ਕੁਐਸਚਨ ਬਣ ਗਿਆ, ਠੀਕ ਹੈ ਜੀ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਅੱਜ ਦੀ ਆਪਾਂ ਵੀਡੀਓ ਵਿੱਚ ਲੈ ਕੇ ਆਏ ਹਾਂ। ਤੇ ਜਿਨ੍ਹਾਂ ਨੇ ਵੀ ਹਾਲ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ, ਜ਼ਰੂਰ ਲਾਈਕ ਸ਼ੇਅਰ ਕਰ ਦਿਆ ਕਰੋ, ਕਿਉਂਕਿ ਇਹਨਾਂ ਦੀ ਵੀਡੀਓ ਬਣਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ, ਠੀਕ ਹੈ ਜੀ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਜੀ 2 ਦਸੰਬਰ ਨੂੰ ਮਨਾਇਆ ਜਾਂਦਾ ਹੈ, ਠੀਕ ਹੈ। ਸੋ ਵਿਸ਼ਵ ਕੰਪਿਊਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 2 ਦਸੰਬਰ ਨੂੰ ਮਨਾਇਆ ਜਾਂਦਾ। ਇਸ ਤਰੀਕ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ, ਠੀਕ ਹੈ। ਸੋ ਬਾਕੀ ਚੱਲਦੇ ਆ 35ਵੇਂ ਕੁਐਸਚਨ ਦੇ ਵੱਲ। 35ਵਾਂ ਕੁਐਸਚਨ ਹੈ 2003 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਕੰਪਿਊਟਰ ਇੰਜੀਨੀਅਰਿੰਗ ਦਾ ਨਾਂ ਦੱਸੋ, ਠੀਕ ਹੈ ਜੀ। ਕਿਹੜਾ ਇੰਜੀਨੀਅਰ ਸੀਗਾ ਜਿਸ ਨੇ ਕੰਪਿਊਟਰ ਵਿੱਚ, ਠੀਕ ਹੈ ਜੀ, ਨੋਬਲ ਪੁਰਸਕਾਰ ਲਿਆ ਹੈ, ਠੀਕ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ JM ਕੋਇਟਰੀ, ਠੀਕ ਹੈ ਜੀ। ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ JM ਕੋਇਟ ਜੀ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਹੈ 2003 ਦੇ ਵਿੱਚ, ਠੀਕ ਹੈ। ਸੋ ਲਾਸਟ ਨੇ 36ਵਾਂ ਕੁਐਸਚਨ ਦੇਖੋ ਕੀ ਬਣ ਰਿਹਾ, ਕੰਪਿਊਟਰ ਸਿਸਟਮ ਦਾ ਭੌਤਿਕ ਹਿੱਸਾ ਕਿਹੜਾ ਹੈ, ਠੀਕ ਹੈ ਜੀ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਜੀ ਕੰਪਿਊਟਰ ਹਾਰਡਵੇਅਰ, ਠੀਕ ਹੈ ਜੀ। ਇਹਦਾ ਭੌਤਿਕ, ਜੇਕਰ ਕੰਪਿਊਟਰ ਸਿਸਟਮ ਦਾ ਭੌਤਿਕ ਹਿੱਸਾ ਪੁੱਛਿਆ ਜਾਂਦਾ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਕੰਪਿਊਟਰ ਹਾਰਡਵੇਅਰ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ। ਸੋ ਬਾਕੀ ਲਾਸਟ ਨੇ ਜੀ 37ਵਾਂ ਕੁਐਸਚਨ, ਕਿਹੜਾ ਇਲੈਕਟ੍ਰੋਨਿਕ ਯੰਤਰ ਡੇਟਾ ਨੂੰ ਜਾਂ ਜਾਣਕਾਰੀ ਵਿੱਚ ਬਦਲਣ ਦੀ ਪ੍ਰਕਿਰਿਆ ਕਰਦਾ ਹੈ, ਠੀਕ ਹੈ। ਇਸਦਾ ਬਿਲਕੁਲ ਰਾਈਟ ਆਨਸਰ ਪ੍ਰੋਸੈਸਰ, ਠੀਕ ਹੈ। ਪ੍ਰੋਸੈਸਰ ਜੋ ਹੁੰਦੇ ਆ, ਆਪਾਂ ਜਦੋਂ ਵੀ ਕੋਈ ਵੀ ਚੀਜ਼ ਕੰਪਿਊਟਰ ਲੈਣ ਜਾਂਦੇ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਪੁੱਛਦੇ ਹਾਂ ਉਸਨੂੰ? ਜਿਹੜਾ ਵੀ ਮੈਨੇਜਰ ਹੁੰਦਾ, ਜਿਹੜਾ ਵੀ ਉੱਥੇ ਸੇਲਰ ਹੁੰਦਾ, ਆਪਾਂ ਕਹਿੰਦੇ ਪ੍ਰੋਸੈਸਰ ਕਿਹੜਾ, ਠੀਕ ਹੈ ਜੀ। ਕਿਉਂਕਿ ਜਿਹੜੀ ਮੇਨ ਖੇਡ ਹੁੰਦੀ ਹੈ ਉਹ ਪ੍ਰੋਸੈਸਰ ਦੀ ਹੁੰਦੀ ਹੈ। ਪ੍ਰੋਸੈਸਰ ਦੇ ਬੇਸ 'ਤੇ ਆਪਾਂ ਕੰਪਿਊਟਰ ਖਰੀਦਦੇ ਹਾਂ, ਪ੍ਰੋਸੈਸਰ ਦੇ ਹਿਸਾਬ ਨਾਲ ਹੀ ਉਸਦੀ ਜੋ ਇਨਕਮ ਹੁੰਦੀ ਹੈ, ਠੀਕ ਹੈ ਜੀ। ਜਿੰਨਾ ਜ਼ਿਆਦਾ ਵੱਡਾ ਪ੍ਰੋਸੈਸਰ ਹੋਏਗਾ ਓਨਾ ਜ਼ਿਆਦਾ ਉਹਦੀ ਇਨਕਮ ਹੋਏਗੀ, ਠੀਕ ਹੈ ਜੀ। ਅਤੇ ਓਨਾ ਜ਼ਿਆਦਾ ਹੀ ਉਹ ਵਧੀਆ ਕੰਪਿਊਟਰ ਵਰਕ ਕਰੇਗਾ, ਠੀਕ ਹੈ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਪ੍ਰੋਸੈਸਰ, ਠੀਕ ਹੈ ਜੀ। ਸੋ ਲਾਸਟ ਜੀ 38ਵਾਂ ਕੁਐਸਚਨ ਕੀ ਵੇਖੋ ਬਣ ਰਿਹਾ ਆਪਣੇ ਕੋਲ। 38ਵਾਂ ਕੁਐਸਚਨ ਹੈ ਜੀ ਕੰਪਿਊਟਰ ਬੱਸ ਦੀਆਂ 3 ਕਿਸਮਾਂ ਕੀ ਹਨ, ਠੀਕ ਹੈ। ਸੋ ਉਹ ਜੋ 3 ਕਿਸਮਾਂ ਹਨ, ਇਸਦਾ ਬਿਲਕੁਲ ਰਾਈਟ ਆਨਸਰ ਡਾਟਾ ਬੱਸ, ਠੀਕ ਹੈ, ਡਾਟਾ ਬੇਸ ਹੈ, ਠੀਕ ਹੈ। ਸੋ ਡਾਟਾ ਬੇਸ, ਕੰਟਰੋਲ ਬੇਸ ਅਤੇ ਪਤਾ ਬੇਸ, ਠੀਕ ਹੈ ਜੀ। ਇਸਦਾ ਬਿਲਕੁਲ ਰਾਈਟ ਆਨਸਰ ਕੰਪਿਊਟਰ ਬੇਸ, ਬੱਸ ਨਹੀਂ ਕਿਹਾ ਇੱਥੇ ਬੇਸ ਹੋਣਾ, ਠੀਕ ਹੈ ਜੀ। ਸੋ ਕੰਪਿਊਟਰ ਬੇਸ ਦੀਆਂ 3 ਕਿਸਮਾਂ ਕਿਹੜੀਆਂ ਹਨ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਡਾਟਾ ਬੇਸ, ਕੰਟਰੋਲ ਬੇਸ ਅਤੇ ਪਤਾ ਬੇਸ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਚੱਲਦੇ ਹਾਂ 39ਵੇਂ ਕੁਐਸਚਨ ਦੇ ਵੱਲ। 39ਵਾਂ ਕੁਐਸਚਨ ਹੈ ਵਰਲਡ ਵਾਈਡ ਵੈਬ, ਠੀਕ ਹੈ। WWW ਦੀ ਜੋ ਫੁੱਲ ਫੋਰਮ ਹੈ ਵੀ ਪੁੱਛੀ ਜਾਂਦੀ ਹੈ। ਵਰਲਡ ਵਾਈਡ ਵੈਬ ਦੀ ਕਾਢ ਕਿਸ ਨੇ ਕੀਤੀ, ਭਾਵ ਖੋਜ ਕਿਸ ਨੇ ਕੀਤੀ ਸੀਗੀ, ਠੀਕ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਜੀ ਸਰ ਟਿਮ ਬਰਨਸ ਲੀ ਨੇ, ਠੀਕ ਹੈ ਜੀ। ਇਹਦਾ ਬਿਲਕੁਲ ਰਾਈਟ ਆਨਸਰ ਹੈ 1900 ਕਦੋਂ ਕੀਤੀ ਸੀ? 1999 ਦੇ ਵਿੱਚ, ਠੀਕ ਹੈ। ਇਹ ਸਾਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਿਓ, ਕਿਉਂਕਿ ਇਹ ਵੀ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਅਗਲਾ ਕੁਐਸਚਨ ਹੈ ਜੀ ਬਾਇਓਸ ਦਾ ਕੀ ਅਰਥ ਹੈ? ਬਾਇਓਸ ਦਾ ਅਰਥ ਹੈ ਜੀ ਬੇਸਿਕ ਇਨਪੁਟ ਅਤੇ ਆਊਟਪੁੱਟ ਸਿਸਟਮ, ਠੀਕ ਹੈ ਜੀ। ਇਸਦਾ ਬਿਲਕੁਲ ਰਾਈਟ ਆਨਸਰ ਬਾਇਓਸ ਦਾ ਮਤਲਬ ਕੀ ਹੈ ਜਾਂ ਅਰਥ ਕੀ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਬੇਸਿਕ ਇਨਪੁਟ ਅਤੇ ਆਊਟਪੁੱਟ ਸਿਸਟਮ, ਠੀਕ ਹੈ ਜੀ। ਸੋ ਬਾਕੀ ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਂਜੀ ਅਗਲਾ ਕੁਐਸਚਨ ਜੀ ਇੱਕ ਕੰਪਿਊਟਰ ਡੇਟਾ ਦੇ ਜੋੜ ਅਤੇ ਤੁਲਨਾ ਕਿੱਥੇ ਕਰਦਾ ਹੈ, ਠੀਕ ਹੈ ਜੀ। ਇੱਕ ਕੰਪਿਊਟਰ ਹੈ ਜੋ ਡੇਟਾ ਦਾ ਜੋੜ ਅਤੇ ਉਸਦੀ ਤੁਲਨਾ ਕਿੱਥੇ ਕਰਦਾ ਹੈ? ਕੇਂਦਰ ਪ੍ਰੋਸੈਸਿੰਗ ਯੂਨਿਟ, ਸੈਂਟਰ ਪ੍ਰੋਸੈਸਿੰਗ ਯੂਨਿਟ CPU, ਜਿਹਦਾ ਵੀ ਤੁਹਾਨੂੰ ਮੈਂ ਦੱਸਿਆ ਕਿ ਹਰੇਕ ਕੰਮ ਜੋ ਹੁੰਦਾ ਤਕਰੀਬਨ ਹੀ CPU ਦੇ ਵਿੱਚ ਹੀ ਹੁੰਦਾ ਹੈ, ਕਿਉਂਕਿ ਇਹ ਉਸਦਾ ਬਰੇਨ ਹੈ, ਠੀਕ ਹੈ ਜੀ। ਸੋ ਅਗਲਾ ਜੀ 42ਵਾਂ ਕੁਐਸਚਨ, ਕੰਪਿਊਟਰ ਵਿੱਚ ਅਸਥਾਈ ਡੇਟਾ ਕਿੱਥੇ ਸਟੋਰ ਕੀਤਾ ਜਾਂਦਾ ਹੈ? ਇਹ ਵੀ ਦੇਖ ਲੈਣਾ ਜਵਾਬ ਇਹਦਾ ਰੈਂਡਮ ਐਕਸੈਸ ਪਾਵਰ RAM ਦੇ ਵਿੱਚ, ਠੀਕ ਹੈ। ਇਹਦੀ ਫੁੱਲ ਫੋਰਮ ਹੈ ਰੈਂਡਮ ਐਕਸੈਸ ਮੈਮਰੀ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਕੰਪਿਊਟਰ ਜੋ ਹੈ ਕਿੱਥੇ ਅਸਥਾਈ ਡਾਟਾ ਸਟੋਰ ਕਰਦਾ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ RAM ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ 43ਵਾਂ ਕੁਐਸਚਨ, ਕੰਪਿਊਟਰ ਵਿੱਚ ਅਸਥਾਈ ਡੇਟਾ ਕਿੱਥੇ ਸਟੋਰ ਕੀਤਾ ਜਾਂਦਾ ਹੈ? ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਹਾਰਡ ਡਰਾਈਵ ਜਾਂ ਸਾਲਿਡ ਸਟੇਟ ਡਰਾਈਵ SSD, ਠੀਕ ਹੈ ਜੀ। SSD ਇੱਥੇ ਜੋ ਹੈ ਕੰਪਿਊਟਰ ਜੋ ਹੈ ਅਸਥਾਈ ਡੇਟਾ ਨੂੰ ਸਟੋਰ ਕਰਕੇ ਰੱਖਦਾ ਹੈ। ਸੋ ਇਹ ਵੀ ਤੁਸੀਂ ਜ਼ਰੂਰ ਧਿਆਨ 'ਚ ਰੱਖਿਓ, ਠੀਕ ਹੈ ਜੀ। ਸੋ ਅਗਲਾ ਜੀ ਕੰਪਿਊਟਰ ਦੀ ਮੈਮਰੀ ਵਿੱਚ ਡੇਟਾ ਕਿਸ ਰੂਪ ਵਿੱਚ ਸਟੋਰ ਕੀਤਾ ਜਾਂਦਾ, ਠੀਕ ਹੈ। ਸੋ ਕੰਪਿਊਟਰ ਦੀ ਮੈਮਰੀ ਹੁੰਦੀ ਹੈ ਉਸ ਵਿੱਚ ਡੇਟਾ ਸਟੋਰ ਹੈ ਉਹ ਕਿਸ ਡਾਟਾ ਵਿੱਚ ਕਿਸ ਵਿੱਚ ਸਟੋਰ ਕੀਤਾ ਜਾਂਦਾ? ਤੁਹਾਡਾ ਬਿਲਕੁਲ ਰਾਈਟ ਹੋਏਗਾ ਦਸ਼ਮਲਵ, ਬਾਈਨਰੀ ਭਾਸ਼ਾ, ਠੀਕ ਹੈ, ਬਾਈਨਰੀ ਵਿੱਚ, ਜਾਂ ਐਕਸਾ ਡੈਸੀਮਲ, ਠੀਕ ਹੈ ਜੀ। ਐਕਸਾ ਡੈਸੀਮਲ ਹੁੰਦਾ, ਠੀਕ ਹੈ ਜੀ, ਉਸ ਵਿੱਚ ਜਾਂ ਆਦਿ ਵਿੱਚ ਆਪਾਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਦਸ਼ਮਲਵ, ਠੀਕ ਹੈ ਜੀ, ਬਾਈਨਰੀ ਅਤੇ
ਐਕਸਾ ਡੈਸੀਮਲ ਦੇ ਵਿੱਚ ਆਪਾਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਬਾਕੀ ਹੋਰ ਵੀ ਹੁੰਦੇ ਆ, ਪਰ ਆਪਾਂ ਕੰਪਿਊਟਰ ਦੀ ਮੈਮਰੀ ਜੋ ਹੁੰਦੀ ਹੈ ਉਸ ਵਿੱਚ ਜੇ ਡਾਟਾ ਸਟੋਰ ਕਰਨਾ ਹੋ ਤਾਂ ਇਹਨਾਂ ਤਿੰਨਾਂ ਵਿੱਚ ਇਹਨਾਂ ਤੋਂ ਇਲਾਵਾ ਵੀ ਕਰ ਸਕਦੇ ਹਾਂ। ਸੋ ਆਪਣੇ 45ਵਾਂ ਕੁਐਸਚਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਠੀਕ ਹੈ ਜੀ, AI ਦਾ ਪਿਤਾ ਕੌਣ ਹੈ? ਸੋ ਇੱਦਾਂ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਜੌਨ ਮੈਕਾਰਥੀ, ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਆਰਟੀਫਿਸ਼ੀਅਲ ਜੋ ਇੰਟੈਲੀਜੈਂਸ ਹੁੰਦੀ ਹੈ, ਠੀਕ ਹੈ ਜੀ, AI ਇਹਨੂੰ ਕਹਿੰਦੇ ਆਪਾਂ, ਠੀਕ ਹੈ ਜੀ, ਇਹਦੀ ਫੁੱਲ ਫਾਰਮ ਹੈ। ਸੋ ਇਹਦਾ ਪਿਤਾ ਕੌਣ ਹੈ? ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਜੌਨ ਮੈਕਾਰਥੀ, ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਚੱਲਦੇ ਹਾਂ ਜੀ ਆਪਾਂ ਅਗਲਾ ਕੁਐਸਚਨ 96ਵੇਂ ਕੁਐਸਚਨ ਦੇ ਬਾਅਦ। ਸੋ 96ਵਾਂ ਕੁਐਸਚਨ ਹੈ, ਦੁਨੀਆ ਦੇ ਪਹਿਲੇ ਸਫਲ ਇਲੈਕਟ੍ਰੋਨਿਕ ਕੰਪਿਊਟਰ ਦਾ ਨਾਮ ਕੀ ਹੈ? ਠੀਕ ਹੈ, ਜੋ ਸਫਲ ਹੋਇਆ ਸੀਗਾ ਸਭ ਤੋਂ ਪਹਿਲਾਂ, ਦੁਨੀਆ ਦਾ ਸਭ ਤੋਂ ਪਹਿਲਾ ਕੰਪਿਊਟਰ ਕਿਹੜਾ ਸੀਗਾ? ਸੋ ਇੱਧਰ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਇਲੈਕਟ੍ਰੋਨਿਕ ਸੰਖਿਆਤਮਕ ਏਕੀਕਰਨ ਅਤੇ ਕੰਪਿਊਟਰ, ਠੀਕ ਹੈ। ਸੋ ਇਹਦੀ EN, ਠੀਕ ਹੈ ਜੀ, ਇੱਥੇ ਤੁਸੀਂ ਇਸ ਨੂੰ ਸ਼ੋਰਟ ਫੁੱਲ ਫਾਰਮ ਵੀ ਦੇ ਸਕਦੇ ਹੋ, ਠੀਕ ਹੈ। ਸੋ ਜੋ ਦੁਨੀਆ ਦਾ ਸਭ ਤੋਂ ਪਹਿਲਾ ਜੋ ਸਫਲ ਇਲੈਕਟ੍ਰੋਨਿਕ ਕੰਪਿਊਟਰ ਸੀਗਾ, ਇਸਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਇਲੈਕਟ੍ਰੋਨਿਕ ਸੰਖਿਆਤਮਕ ਏਕੀਕਰਨ ਅਤੇ ਕੰਪਿਊਟਰ, ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਸੋ ਬਾਕੀ ਅਗਲਾ ਆਪਣੇ 47ਵਾਂ ਕੁਐਸਚਨ ਕੀ ਹੈ ਇਹ ਆਪਾਂ ਦੇਖਦੇ ਹਾਂ। 47ਵਾਂ ਕੁਐਸਚਨ, ਕੰਪਿਊਟਰ ਵਾਇਰਸ ਕੀ ਹੈ? ਭਾਵ ਕੰਪਿਊਟਰ ਵਿੱਚ ਜੋ ਹੁੰਦਾ ਹੈ ਵਾਇਰਸ, ਠੀਕ ਹੈ, ਜੋ ਕਿ ਤਰੁੱਟੀਆਂ ਪੈਦਾ ਕਰਦਾ ਹੈ। ਸੋ ਇੱਥੇ ਇੱਕ ਕੁਐਸਚਨ ਬਣਨਾ ਕੰਪਿਊਟਰ ਵਾਇਰਸ ਕੀ ਹੈ? ਕੰਪਿਊਟਰ ਵਾਇਰਸ ਦੇ ਆਪਾਂ ਦੱਸੀਏ ਫੁੱਲ ਫਾਰਮ ਕੀ ਹੈ। ਇਹ ਇੱਕ ਖਤਰਨਾਕ ਸੌਫਟਵੇਅਰ ਜਾਂ ਇੱਕ ਪ੍ਰੋਗਰਾਮ ਹੁੰਦਾ ਹੈ ਜੋ ਦੂਜੇ ਪਹੁੰਚਯੋਗ PC ਪ੍ਰੋਗਰਾਮਾਂ ਨੂੰ ਮੁੜ ਲਿਖ ਕੇ ਅਤੇ ਆਪਣੇ ਖੁਦ ਦੇ ਕੋਡ ਨੂੰ ਇਨਬੁੱਕ ਕਰਕੇ ਆਪਣੇ ਆਪ ਨੂੰ ਦੁਬਾਰਾ ਤਿਆਰ ਕਰ ਲੈਂਦਾ ਹੈ, ਠੀਕ ਹੈ ਜੀ, ਕਰ ਸਕਦਾ ਹੈ। ਸੋ ਸਫਲਤਾਪੂਰਵਕ ਪ੍ਰਤੀਕਿਰਿਆ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਨੂੰ ਕੰਪਿਊਟਰ ਵਾਇਰਸ ਨਾਲ ਸੰਕਰਮਿਤ ਕਰ ਕਿਹਾ ਜਾਂਦਾ ਹੈ, ਠੀਕ ਹੈ। ਸੋ ਮੋਟਾ ਮੋਟਾ ਜੇ ਆਪਾਂ ਮਤਲਬ ਕੱਢੀਏ ਤਾਂ ਇਹ ਇੱਕ ਖਤਰਨਾਕ ਸੌਫਟਵੇਅਰ ਹੈ ਜੋ ਆਪਣੇ ਜੋ ਕੰਪਿਊਟਰ ਨੂੰ ਹੈ ਹੈਂਗ ਵਗੈਰਾ ਵੀ ਕਰਦਾ ਹੈ ਅਤੇ ਉਸ ਵਿੱਚ ਤਰੁੱਟੀਆਂ ਪੈਦਾ ਕਰਦਾ ਹੈ, ਆਪਣੇ ਕੰਮ ਦੇ ਵਿੱਚ ਤਰੁੱਟੀਆਂ ਪੈਦਾ ਕਰਦਾ ਹੈ, ਠੀਕ ਹੈ ਜੀ। ਸੋ ਜੀ ਇਹ ਆਪਾਂ ਫੁੱਲ ਫਾਰਮ ਕਹਿ ਸਕਦੇ ਹਾਂ। ਸੋ ਆਪਣੇ 48ਵਾਂ ਕੁਐਸਚਨ ਉਹ ਹੈ ਜੀ, ਸਟੈਡ ਅਲੋਨ ਮਾਲਵੇਅਰ ਕੰਪਿਊਟਰ ਪ੍ਰੋਗਰਾਮ ਦਾ ਕੀ ਨਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਊਟਰਾਂ ਵਿੱਚ ਫੈਲਾਉਣ ਲਈ ਦੁਹਰਾਉਂਦਾ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਕੰਪਿਊਟਰ ਕੀੜਾ, ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ ਸਟੈਡ ਅਲੋਨ ਮਾਲਵੇਅਰ ਜੋ ਹੁੰਦਾ ਕੰਪਿਊਟਰ ਪ੍ਰੋਗਰਾਮ ਦਾ ਕੀ ਨਾਮ ਹੈ, ਠੀਕ ਹੈ ਜੀ, ਸੋ ਹੈ ਜੀ ਕੰਪਿਊਟਰ ਕੀੜਾ, ਠੀਕ ਹੈ ਜੀ, ਜੋ ਕੀ ਕਰਦਾ ਹੈ ਆਪਣੇ ਆਪ ਨੂੰ ਦੂਜੇ ਕੰਪਿਊਟਰਾਂ ਵਿੱਚ ਫੈਲਾਉਣ ਲਈ ਦੁਹਰਾਉਂਦਾ ਹੈ, ਠੀਕ ਹੈ ਜੀ, ਉਹ ਹੈ ਜੀ ਕੰਪਿਊਟਰ ਕੀੜਾ। ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਆਪਣਾ ਜੀ ਇੱਕ ਨਿੱਬਲ ਕਿੰਨੇ ਬਿੱਟ ਦੀ ਹੁੰਦੀ ਹੈ? ਠੀਕ ਹੈ ਜੀ, ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ 4 ਬਿੱਟ ਦੀ ਹੁੰਦੀ ਹੈ, ਇਸਦਾ ਬਿਲਕੁਲ ਰਾਈਟ ਆਨਸਰ ਹੈਗਾ ਇੱਕ ਨਿੱਬਲ ਹੁੰਦੀ ਹੈ ਜੋ ਉਹ 4 ਬਿੱਟ ਦੀ ਹੁੰਦੀ ਹੈ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਆਪਣਾ ਜੀ ਕੰਪਿਊਟਰ ਦੀ ਮੈਮਰੀ ਦਾ ਨਾਮ ਕੀ ਹੈ? ਸੋ ਕੰਪਿਊਟਰ ਦੀ ਮੈਮਰੀ ਜੋ ਹੁੰਦੀ ਹੈ ਉਹ ਜੀ RAM, ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਸੋ ਜ਼ਰੂਰ ਧਿਆਨ ਵਿੱਚ ਤੁਸੀਂ ਰੱਖਣਾ ਕੰਪਿਊਟਰ ਦੀ ਮੈਮਰੀ ਦਾ ਨਾਮ ਕੀ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ RAM, ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ ਜੀ। ਸੋ ਬਾਕੀ ਅਗਲਾ ਕੁਐਸਚਨ ਹੈ ਜੀ, ਸਿਕਿਉਰਿਟੀ ਅਕਾਊਂਟ ਮੈਨੇਜਰ ਸਿਸਟਮ ਵਿੱਚ ਹਰੇਕ ਇਨਪੁੱਟ ਆਊਟਪੁੱਟ ਡਿਵਾਈਸ ਨੂੰ ਇੱਕ ਮੈਮਰੀ ਐਡਰੈਸ ਦੇਣ ਲਈ ਤਕਨੀਕੀ ਦਾ ਨਾਮ ਕੀ ਹੈ? ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਮੈਮਰੀ ਸੈਪਡ 1 ਅਤੇ ਆਪਾਂ ਲਗਾ 0 ਕਹਿ ਸਕਦੇ ਹਾਂ, ਠੀਕ ਹੈ, 1/0, ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ, ਠੀਕ ਹੈ ਜੀ। ਅਗਲਾ ਹੈ ਜੀ ਫਾਰਵਰਡ ਰੈਫਰੈਂਸ ਟੇਬਲ ਭਾਵ FRT ਨੂੰ ਕਿਵੇਂ ਵਿਵਸਥਿਤ ਕਰਦਾ ਹੈ? ਭਾਵ ਵਿਸਥਾਰ ਨਾਲ ਦੱਸਣਾ ਹੋਵੇ ਆਪਾਂ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਲਿੰਕਡ ਸੂਚੀ ਨਾਲ, ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਇਸ ਨੂੰ ਵਿਵਸਥਿਤ ਆਪਾਂ ਕਿਵੇਂ ਵਿਸਤਾਰ ਨਾਲ ਕਰ ਸਕਦੇ ਹਾਂ, ਠੀਕ ਹੈ, FRT ਨੂੰ, ਅਤੇ ਜੇਕਰ FRT ਦੀ ਫੁੱਲ ਫਾਰਮ ਪੁੱਛੀ ਜਾਂਦੀ ਹੈ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਫਾਰਵਰਡ ਰੈਫਰੈਂਸ ਟੇਬਲ, ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਅਗਲਾ ਕੁਐਸਚਨ ਹੈ ਜੀ 53ਵਾਂ ਕੁਐਸਚਨ, ਕਿਹੜਾ ਕੰਪਿਊਟਰ ਪ੍ਰੋਗਰਾਮ ਸਟੋਰੇਜ ਮੈਪਿੰਗ ਕਰਦਾ ਹੈ? ਠੀਕ ਹੈ ਜੀ, ਇਹਦਾ ਜੋ ਬਿਲਕੁਲ ਰਾਈਟ ਆਨਸਰ ਹੋਏਗਾ ਕੰਪਾਈਲਰ ਦਾ ਬਹੁਤ ਮੌਕਾ ਹੁੰਦਾ ਕੰਪਿਊਟਰ ਦੇ ਵਿੱਚ ਸੌਫਟਵੇਅਰਾਂ ਦੇ ਵਿੱਚ, ਠੀਕ ਹੈ ਜੀ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਕੰਪਾਈਲਰ, ਠੀਕ ਹੈ ਜੀ। ਸੋ ਜ਼ਰੂਰ ਧਿਆਨ ਰੱਖਿਓ। ਬਾਕੀ ਅਗਲਾ ਕੁਐਸਚਨ ਹੈ ਜੀ 100 ਦਾ ਬਾਈਨਰੀ ਮੁੱਲ ਕੀ ਹੈ? ਠੀਕ ਹੈ ਜੀ, ਇਹ MS Excel MS Word MS ਇੱਦਾਂ ਦੇ ਕੁਐਸਚਨਾਂ ਵਿੱਚ, ਠੀਕ ਹੈ, ਪੁੱਛਿਆ ਜਾਂਦਾ ਕਿ 100 ਦਾ ਬਾਈਨਰੀ ਮੁੱਲ ਕੀ ਹੈ। ਐਗਜ਼ਾਮ ਵਿੱਚ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ। ਜੋ 2021 ਦੇ ਵਿੱਚ ਐਗਜ਼ਾਮ ਹੋਏ ਸੀ, ਚਾਹੇ ਉਹ ਜੇਲ੍ਹ ਵਾਰਡਨ ਹੋ ਜਾਵੇ, ਚਾਹੇ ਉਹ ਆਪਣਾ SI ਹੋ ਜਾਵੇ, ਚਾਹੇ ਇੰਟੈਲੀਜੈਂਸ ਹੋ ਜਾਵੇ, ਚਾਹੇ ਹੈੱਡ ਕਾਂਸਟੇਬਲ ਹੋ ਜਾਵੇ, ਠੀਕ ਹੈ ਜੀ, ਚਾਹੇ ਕਾਂਸਟੇਬਲ ਹੋ ਜਾਵੇ। ਸੋ ਉਸ ਦੇ ਵਿੱਚ ਕੰਪਿਊਟਰ ਦੇ ਵਿੱਚ, ਠੀਕ ਹੈ ਜੀ, MS Excel MS Word, ਠੀਕ ਹੈ, MS PowerPoint ਦੇ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਗਏ ਸੀ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਪੁੱਛੇ ਗਏ ਸੀ। 100 ਦਾ ਬਾਈਨਰੀ ਮੁੱਲ, 0.001.1 ਦਾ ਬਾਈਨਰੀ ਮੁੱਲ, ਠੀਕ ਹੈ ਜੀ। ਸੋ ਇਸ 'ਤੇ ਵੀ ਤੁਸੀਂ ਜ਼ਰੂਰ ਅਲੱਗ ਤੋਂ ਸਟੱਡੀ ਕਰ ਸਕਦੇ ਹੋ, ਪਰ ਇੱਥੇ ਆਪਣਾ ਪੁੱਛ ਰਿਹਾ 100 ਦਾ ਬਾਈਨਰੀ ਮੁੱਲ ਕੀ ਹੈ, ਤੁਹਾਡਾ ਬਿਲਕੁਲ ਆਨਸਰ ਹੋਏਗਾ, ਠੀਕ ਹੈ ਜੀ, 1100 ਫਿਰ 100, ਠੀਕ ਹੈ ਜੀ। ਸੋ ਇਸ ਨੂੰ ਜ਼ਰੂਰ ਧਿਆਨ ਰੱਖਿਓ। ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ।
ਅਗਲਾ ਆਪਸ਼ਨ ਹੈ ਜੀ ਸਾਫਟਵੇਅਰ ਪੈਕੇਜ ਦੇ ਹਿੱਸੇ ਵਿੱਚ ਵਜੋਂ ਕੰਪਿਊਟਰ ਉਪਭੋਗਤਾਵਾਂ ਲਈ ਕਿਹੜਾ ਪ੍ਰੋਗਰਾਮ ਉਪਲਬਧ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਪ੍ਰੋਗਰਾਮ ਲਾਇਬ੍ਰੇਰੀ ਜੋ ਹੈ ਪ੍ਰੋਗਰਾਮ ਆਪਣੇ ਲਈ ਉਪਲਬਧ ਹੈ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਆਪਣਾ ਜੀ ਡਿਜੀਟਲ ਵਾਚ ਵਿੱਚ ਕਿਸ ਕਿਸਮ ਦਾ ਕੰਪਿਊਟਰ ਪਾਇਆ ਜਾਂਦਾ ਹੈ। ਠੀਕ ਹੈ, ਡਿਜੀਟਲ ਵਾਚ ਤੁਸੀਂ ਜ਼ਰੂਰ ਦੇਖਦੇ ਹੋਗੇ ਅਤੇ ਕਈਆਂ ਕੋਲ ਹੋਵੇਗੀ ਵੀ। ਠੀਕ ਹੈ ਜੀ, ਸੋ ਉਸ ਵਿੱਚ ਕਿਸ ਤਰ੍ਹਾਂ ਦਾ ਕੰਪਿਊਟਰ ਪਾਇਆ ਜਾਂਦਾ, ਕਿਸਮ ਦਾ ਕੰਪਿਊਟਰ ਪਾਇਆ ਜਾਂਦਾ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਏਮਬੈਡਡ ਕੰਪਿਊਟਰ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਡਿਜੀਟਲ ਵਾਚ ਦੇ ਵਿੱਚ ਕਿਸ ਤਰ੍ਹਾਂ ਦਾ ਕੰਪਿਊਟਰ ਪਾਇਆ ਜਾਂਦਾ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਏਮਬੈਡਡ ਕੰਪਿਊਟਰ ਪਾਇਆ ਜਾਂਦਾ ਹੈ। ਠੀਕ ਹੈ ਜੀ, ਅਗਲਾ ਆਪਸ਼ਨ ਹੈ ਜੀ ਦੇਖੋ ਆਪਣੇ ਨੂੰ ਕੀ ਬਣਨਾ, ਮੈਮੋਰੀ ਵਿੱਚ ਜਾਣਕਾਰੀ ਦਾ ਨਾਮ। ਠੀਕ ਹੈ ਜੀ, ਕੀ ਨਾਮ ਹੈ ਜੋ ਹੁਣ ਵੈਧ ਜਾਂ ਲੋੜੀਂਦਾ ਨਹੀਂ ਹੈ। ਠੀਕ ਹੈ ਜੀ, ਇਸ ਤਰ੍ਹਾਂ ਦੇ ਕੰਪਿਊਟਰਾਂ ਵਿੱਚ ਨਹੀਂ ਉਪਲਬਧ ਸੋਚ ਦਾ ਨਾਂ ਜੀ ਕੂੜਾ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਚੱਲਦੇ ਹਾਂ ਜੀ ਪਹਿਲੇ ਕੁਐਸਚਨ ਦੇ ਬਾਅਦ। ਹਾਂਜੀ ਅਗਲਾ ਜੀ ਪਹਿਲੇ ਕੰਪਿਊਟਰ ਕੀੜੇ ਦਾ ਨਾਮ ਕੀ ਸੀਗਾ। ਠੀਕ ਹੈ, ਸੋ ਇਹਦਾ ਜੋ ਰਾਈਟ ਆਨਸਰ ਹੈ ਉਹ ਜੀ ਮੋਰਿਸ ਕੀੜਾ। ਠੀਕ ਹੈ ਜੀ, ਪਹਿਲੇ ਕੰਪਿਊਟਰ ਕੀੜੇ ਦਾ ਕੀ ਨਾਮ ਸੀ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਮੋਰਿਸ ਕੀੜਾ, ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਆਪਣਾ ਜੀ 59 ਕੁਐਸਚਨ ਦੇਖੋ ਆਪਣੇ ਕੀ ਬਣ ਰਿਹਾ ਆਪਣੇ ਕੋਲ, ਕਿਹੜਾ ਕੰਪਿਊਟਰ ਪ੍ਰੋਗਰਾਮ ਕੰਪਿਊਟਰ ਦੇ ਹਾਰਡਵੇਅਰ ਸਾਫਟਵੇਅਰ ਦਾ ਪ੍ਰਬੰਧਨ ਕਰਦਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੋ ਜੀ ਆਪਰੇਟਿੰਗ ਸਿਸਟਮ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਕਿਹੜਾ ਕੰਪਿਊਟਰ ਪ੍ਰੋਗਰਾਮ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਅਤੇ ਸੌਫਟਵੇਅਰ ਦਾ ਪ੍ਰਬੰਧਨ ਕਰਦਾ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਆਪਰੇਟਿੰਗ ਸਿਸਟਮ। ਠੀਕ ਹੈ ਜੀ, ਸੋ ਬਾਕੀ ਗੱਲ ਆਪਣੇ 60 ਕੁਐਸਚਨ, ਮਾਈਕਰੋਸੋਫਟ ਦਾ ਸਹਿ ਸੰਸਥਾਪਕ ਕੌਣ ਹੈ। ਠੀਕ ਹੈ, ਭਾਵ ਮਾਈਕਰੋਸੋਫਟ ਦਾ ਸੰਸਥਾਪਕ ਕੌਣ ਹੈ ਇਹ ਤੁਸੀਂ ਦੱਸਣਾ ਹੈ। ਠੀਕ, ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਪਾਲ ਐਲਨ। ਠੀਕ ਹੈ ਜੀ, ਜ਼ਰੂਰ ਨਾਂ ਯਾਦ ਰੱਖਿਓ ਕਿ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਪਾਲ ਐਲਨ ਨੇ ਹੀ ਮਾਈਕਰੋਸੋਫਟ ਦਾ ਠੀਕ ਹੈ ਜੀ ਉਹ ਸਥਾਪਨਾ ਕੀਤੀ ਸੀਗੀ। ਠੀਕ ਹੈ ਜੀ, ਸੋ ਅਗਲਾ ਆਪਸ਼ਨ ਹੈ ਜੀ ਦੇਖੋ ਕੀ ਬਣਿਆ, ਜਦੋਂ ਕੰਪਿਊਟਰ ਸਿਸਟਮ ਨੂੰ ਪਹਿਲੀ ਵਾਰ ਚਾਲੂ ਕੀਤਾ ਜਾਂਦਾ ਹੈ ਤਾਂ ਕਿਹੜਾ ਲੋਡ ਚਲਾਇਆ ਜਾਂਦਾ ਹੈ। ਠੀਕ ਹੈ ਜੀ, ਕਿਹੜਾ ਲੋਡਰ ਚਲਾਇਆ ਜਾਂਦਾ ਹੈ ਇਹ ਤੁਸੀਂ ਦੱਸਣਾ ਹੈ। ਸੋ ਇਹਦਾ ਜੋ ਬਿਲਕੁਲ ਰਾਈਟ ਜਵਾਬ ਹੈ ਜੀ ਬੂਟ ਸਟਰੈਪ ਲੋਡਰ। ਠੀਕ ਹੈ ਜੀ, ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਜਦੋਂ ਕੰਪਿਊਟਰ ਸਿਸਟਮ ਨੂੰ ਪਹਿਲੀ ਵਾਰ ਚਾਲੂ ਕੀਤਾ ਜਾਂਦਾ ਹੈ ਤਾਂ ਕਿਹੜਾ ਲੋਡਰ ਠੀਕ ਹੈ ਜੀ ਚਲਾਇਆ ਜਾਂਦਾ ਹੈ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਬੂਟ ਸਟੈਪ ਲੋਡਰ। ਠੀਕ ਹੈ ਜੀ, ਜ਼ਰੂਰ ਧਿਆਨ ਰੱਖਿਓ। ਬਾਕੀ ਚੱਲਦੇ ਹਾਂ ਜੀ ਆਪਾਂ 62 ਕੁਐਸਚਨ ਤੱਕ ਆਪਾਂ ਆ ਚੁੱਕੇ ਹਾਂ। ਠੀਕ ਹੈ, ਸੋ 62 ਕੁਐਸਚਨ ਹੈ ਜੀ MB ਵਿੱਚ 1 KB ਕਿੰਨਾ ਹੁੰਦਾ ਹੈ। ਭਾਵ ਜੇ ਆਪਾਂ MB ਦੀ ਗੱਲ ਕਰੀਏ, ਕਿਉਂਕਿ ਪਹਿਲਾਂ ਕਿਲੋਬਾਈਟ ਹੁੰਦਾ, ਫਿਰ ਮੈਗਾਬਾਈਟ, ਫਿਰ ਗੀਗਾਬਾਈਟ ਅਤੇ ਫਿਰ ਟੈਰਾਬਾਈਟ। ਠੀਕ ਹੈ ਜੀ, ਸੋ MB ਵਿੱਚ ਕਿੰਨੇ KB ਕਿਲੋਬਾਈਟ ਹੁੰਦੇ ਹਨ, 1 ਕਿਲੋਬਾਈਟ ਕਿੰਨੇ ਹੁੰਦੇ ਹਨ। ਸੋ ਇਹ ਹੁੰਦਾ ਜੀ 0.001। ਠੀਕ ਹੈ ਜੀ, ਇੰਨੇ ਹੁੰਦੇ ਹਨ ਕਿਲੋਬਾਈਟ। 1 ਕਿਲੋਬਾਈਟ ਦੇ ਬਰਾਬਰ ਹੁੰਦਾ ਹੈ 1 MB ਇੰਨਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਸੋ ਅਗਲਾ 63 ਕੁਐਸਚਨ, ਪਹਿਲੇ ਕੰਪਿਊਟਰ ਵਾਇਰਸ ਦਾ ਨਾਮ ਕੀ ਹੈ। ਠੀਕ ਹੈ ਜੀ, ਪਹਿਲਾ ਜੋ ਕੰਪਿਊਟਰ ਵਾਇਰਸ ਸੀਗਾ ਉਹ ਕਿਹੜਾ ਸੀਗਾ, ਉਹ ਸੀਗਾ ਕ੍ਰਿਪਰ। ਠੀਕ ਹੈ ਜੀ, ਕ੍ਰਿਪਰ ਸਿਸਟਮ। ਠੀਕ ਹੈ ਜੀ, ਕ੍ਰਿਪਰ ਵਾਇਰਸ ਕਹਿ ਸਕਦੇ ਇਸ ਨੂੰ। ਕ੍ਰਿਪਰ ਸਿਸਟਮ ਜੋ ਪਹਿਲਾ ਕੰਪਿਊਟਰ ਵਾਇਰਸ ਸੀਗਾ, ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ, ਸੋ ਅਗਲਾ ਆਪਣੇ 64 ਕੁਐਸਚਨ ਕੀ ਬਣ ਰਿਹਾ ਆਪਣੇ ਕੋਲ, ਧਿਆਨ ਨਾਲ ਦੇਖੋ। ਭਾਰਤ ਵਿੱਚ ਪਹਿਲਾ ਕੰਪਿਊਟਰ ਵਾਇਰਸ ਕਿਹੜਾ ਸੀਗਾ। ਠੀਕ ਹੈ, ਉਹ ਦੁਨੀਆ ਦਾ ਤੁਸੀਂ ਕਹਿ ਸਕਦੇ ਹੋ ਸਭ ਤੋਂ ਪਹਿਲਾ, ਜੋ ਦੁਨੀਆ ਦਾ ਸਭ ਤੋਂ ਪਹਿਲਾ ਵਾਇਰਸ ਉਹ ਸੀਗਾ। ਅਤੇ ਭਾਰਤ ਵਿੱਚ ਕਿਹੜਾ ਸੀਗਾ, ਬ੍ਰੇਨ ਵਾਇਰਸ। ਠੀਕ ਹੈ ਜੀ, ਇਹ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਿਓ। ਭਾਰਤ ਵਿੱਚ ਪਹਿਲਾ ਜੋ ਕੰਪਿਊਟਰ ਵਾਇਰਸ ਸੀਗਾ ਉਹ ਸੀਗਾ ਬ੍ਰੇਨ ਵਾਇਰਸ। ਠੀਕ ਹੈ ਜੀ, ਸੋ ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਅਗਲਾ ਕੁਐਸਚਨ ਜੀ 65 ਕੁਐਸਚਨ ਹੈ ਜੀ ਪ੍ਰੋਗਰਾਮ ਦਾ ਨਾਮ ਕੀ ਹੈ ਜੋ ਡਾਟਾ ਤਰੁੱਟੀਆਂ ਦਾ ਮੁਕਾਬਲਾ ਕਰ ਸਕਦਾ ਹੈ। ਠੀਕ ਹੈ ਜੀ, ਜੋ ਡਾਟਾ ਵਿੱਚ ਤਰੁੱਟੀਆਂ ਭਾਵ ਗਲਤੀਆਂ ਹੁੰਦੀਆਂ ਹਨ ਉਸ ਦਾ ਜੋ ਮੁਕਾਬਲਾ ਕਰ ਸਕਦਾ ਉਸ ਦਾ ਨਾਮ ਹੈ ਜੀ ਮਜ਼ਬੂਤ ਪ੍ਰੋਗਰਾਮ। ਠੀਕ ਹੈ ਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਜੋ ਕਿ ਆਪਣੇ ਡਾਟੇ ਵਿੱਚ ਜੋ ਗਲਤੀਆਂ ਹੁੰਦੀਆਂ ਤਰੁੱਟੀਆਂ ਹੁੰਦੀਆਂ ਹਨ ਉਸ ਦਾ ਮੁਕਾਬਲਾ ਕਰ ਸਕਦਾ ਹੈ। ਉਸ ਪ੍ਰੋਗਰਾਮ ਦਾ ਨਾਮ ਪੁੱਛਿਆ ਜਾਂਦਾ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਮਜ਼ਬੂਤ ਪ੍ਰੋਗਰਾਮ। ਠੀਕ ਹੈ ਜੀ, ਜਾਂ ਸਟਰੋਂਗ ਪ੍ਰੋਗਰਾਮ ਕਹਿ ਸਕਦੇ ਆਪਾਂ ਇਸ ਨੂੰ। ਬਾਕੀ ਵੱਧਦੇ ਹਾਂ ਜੀ ਪਹਿਲੇ ਕੁਐਸਚਨ ਦੇ ਵੱਲ, ਧਿਆਨ ਵਿੱਚ ਰੱਖਿਓ। ਹਾਂਜੀ ਅਗਲਾ ਜੀ ਕੰਪਿਊਟਰ ਵਿੱਚ ਡੇਟਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ। ਸੋ ਇਹਦਾ ਜੀ ਸਭ ਤੋਂ ਛੋਟੀ ਇਕਾਈ ਹੋ ਜੀ ਬਿੱਟ। ਠੀਕ ਹੈ ਜੀ, ਡੇਟਾ ਦੀ ਸਭ ਤੋਂ ਛੋਟੀ ਇਕਾਈ ਕੰਪਿਊਟਰ ਵਿੱਚ ਕਿਹੜੀ ਹੈ, ਬਿੱਟ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਸੋ ਜ਼ਰੂਰ ਧਿਆਨ ਰੱਖਿਓ। ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ। ਹਾਂਜੀ ਅਗਲਾ ਜੀ ਕੰਪਿਊਟਰ ਟਰਾਂਜ਼ਿਸਟਰਾਂ ਦੀ ਕਿਸ ਪੀੜ੍ਹੀ ਵਿੱਚ ਵਰਤੋਂ ਕੀਤੀ ਗਈ ਸੀ। ਠੀਕ ਹੈ ਜੀ, ਕੰਪਿਊਟਰ ਟਰਾਂਜ਼ਿਸਟਰਾਂ ਦੀ ਕਿਹੜੀ ਪੀੜ੍ਹੀ ਵਿੱਚ, ਦੂਜੀ ਪੀੜ੍ਹੀ ਦੇ ਵਿੱਚ। ਠੀਕ ਹੈ ਜੀ, ਆਪਾਂ ਇਹ ਵੀ ਗੱਲ ਕੀਤੀ ਹੈ। ਠੀਕ ਹੈ ਜੀ, ਦੂਜੀ ਪੀੜ੍ਹੀ ਦੇ ਵਿੱਚ ਕੰਪਿਊਟਰ ਟਰਾਂਜ਼ਿਸਟਰਾਂ ਦੀ ਜੋ ਹੈ ਵਰਤੋਂ ਕੀਤੀ ਗਈ ਹੈ ਦੂਜੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ। ਠੀਕ ਹੈ ਜੀ, ਸੋ ਆਪਸ਼ਨ ਹੈ ਜੀ ਦੇਖੋ ਕੀ ਬਣਿਆ ਆਪਣੇ ਕੋਲ, ਬਾਈਨਰੀ ਵੈਲਿਊ। ਠੀਕ ਹੈ ਜੀ 1 1 1 1 1 1 0 ਦਾ ਦਸ਼ਮਲਵ ਮੁੱਲ ਕੀ ਹੈ। ਸੋ ਇਹਦਾ ਜੋ ਦਸ਼ਮਲਵ ਜੋ ਮੁੱਲ ਹੈ ਉਹ ਹੈ ਜੀ 126। ਠੀਕ ਹੈ ਜੀ, ਇਹ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ, ਧਿਆਨ ਵਿੱਚ ਰੱਖਣੀਆਂ ਪੈਣਗੀਆਂ। ਇਸ 'ਤੇ ਤੁਸੀਂ ਸਟੱਡੀ ਤੁਹਾਨੂੰ ਅਲੱਗ ਤੋਂ ਕਰਨੀ ਪਏਗੀ। ਠੀਕ ਹੈ ਜੀ, ਜੇ ਤੁਸੀਂ ਸਮਝਣਾ ਚਾਹੁੰਦੇ ਹੋ ਇਸ ਬਾਈਨਰੀ ਵੈਲਿਊਜ਼ ਨੂੰ।
ठीक है जी। तुसीं MS Excel पहले तुहानूं सीखना पएगा, उस विच कोडिंग वगैरह जो हुंदा सिस्टम वो सारा कुछ करना पएगा, फिर तुहानूं इस वैल्यू का मतलब पता लगेगा। ठीक है जी। सो आपने जी 59 क्वेश्चन। ठीक है जी। कोर i3 कोर i5 कोर i7 ਅਤੇ कोर i9 ਕੀ ਹਨ। ਠੀਕ ਹੈ ਜੀ। ਸੋ ਇਹਦੇ 'ਚ ਬਿਲਕੁਲ ਰਾਈਟ ਆਨਸਰ ਹੈ ਜੀ ਇੰਟੇਲ ਪ੍ਰੋਸੈਸਰ ਦੇ ਨਾਮ ਹਨ। ਠੀਕ ਹੈ ਜੀ। ਇੰਟਲ ਪ੍ਰੋਸੈਸਰ ਜੋ ਹੁੰਦੇ ਹਨ ਉਹਨਾਂ ਦੇ ਨਾਮ ਹਨ ਜੀ ਕੋਰ i3 ਕੋਰ ਜੋ ਹੁੰਦੇ ਨੇ ਪ੍ਰੋਸੈਸਰ ਹੁੰਦੇ ਹਨ, ਤੁਸੀਂ ਦੇਖਿਆ ਸੁਣਿਆ ਹੀ ਹੋਏਗਾ, ਚਾਹੇ ਕੋਰ i3 ਕੋਰ i5 ਕੋਰ i7 ਅਤੇ ਕੋਰ i9 ਇੰਟਲ ਪ੍ਰੋਸੈਸਿੰਗ ਦੇ ਨਾਮ ਹਨ। ਠੀਕ ਹੈ, ਪ੍ਰੋਸੈਸਰ ਹਨ ਸਾਰੇ। ਠੀਕ ਹੈ ਜੀ। ਸੋ ਆਪਣੇ 70 ਕੁਐਸਚਨ ਆਪਣੇ ਨੂੰ ਕੀ ਬਣ ਰਿਹਾ ਦੇਖੋ, ਇਹ ਹੈ ਜੀ ਕੰਪਿਊਟਰਾਂ ਦੀਆਂ ਸ਼ਕਤੀਸ਼ਾਲੀ ਕਿਸਮਾਂ ਨੂੰ ਕੀ ਕਿਹਾ ਜਾਂਦਾ ਹੈ। ਸੋ ਇਸ ਨੂੰ ਕਹਿੰਦੇ ਸੁਪਰ ਕੰਪਿਊਟਰ। ਠੀਕ ਹੈ ਜੀ। ਕੰਪਿਊਟਰ ਦੀਆਂ ਸ਼ਕਤੀਸ਼ਾਲੀ ਕਿਸਮਾਂ ਨੂੰ ਕੀ ਕਹਿੰਦਾ, ਸਭ ਤੋਂ ਜੋ ਸ਼ਕਤੀਸ਼ਾਲੀ ਕਿਸਮ ਹੀ ਇਸ ਦੀ ਇੱਕ ਸੁਪਰ ਕੰਪਿਊਟਰ ਹੈ, ਜੋ ਸਭ ਤੋਂ ਮਹਿੰਗਾ, ਸਭ ਤੋਂ ਵਧੀਆ ਅਤੇ ਸਭ ਤੋਂ ਸਟਰੋਂਗ ਹੈ। ਠੀਕ ਹੈ ਜੀ, ਉਹ ਜੀ ਸੁਪਰ ਕੰਪਿਊਟਰ। ਠੀਕ ਹੈ ਜੀ। ਸੋ ਅੱਗੇ ਜੀ ਸੁਪਰ ਕੰਪਿਊਟਰ ਦੀਆਂ 5 ਉਦਾਹਰਨਾਂ ਵੀ ਹਨ। ਠੀਕ ਹੈ ਜੀ, ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਧਿਆਨ ਨਾਲ। ਠੀਕ ਹੈ ਜੀ। 5 ਉਦਾਹਰਨਾਂ ਨੇ ਤੁਹਾਡੇ ਸਾਹਮਣੇ ਆ, ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਠੀਕ ਹੈ ਜੀ। ਸੋ ਲਾਸਟ ਹੈ ਜੀ 72 ਕੁਐਸਚਨ, Alt+ F4 ਕੀ ਦਾ ਕੰਮ ਕੀ ਹੈ। ਠੀਕ ਹੈ, ਜਦੋਂ ਆਪਾਂ Alt+ F4 ਪ੍ਰੈਸ ਕਰਦੇ ਹਾਂ ਤਾਂ ਉਹ ਕੀ ਆਪਾਂ ਨੂੰ ਕੀ ਕਹਿੰਦਾ ਇਨਪੁੱਟ ਦਿੰਦਾ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਜੀ ਵਰਤਮਾਨ ਵਿੱਚ ਖੁੱਲ੍ਹੇ ਪ੍ਰੋਗਰਾਮ ਨੂੰ ਬੰਦ ਕਰ ਦੇਗਾ। ਭਾਵ ਆਪਾਂ ਕੰਪਿਊਟਰ 'ਤੇ ਕੋਈ ਵੀ ਕੰਮ ਕਰ ਰਹੇ ਹਾਂ ਤਾਂ ਉਹ ਕਰੇਗਾ ਉਸ ਪ੍ਰੋਗਰਾਮ ਨੂੰ ਬੰਦ ਕਰ ਦੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਜੀ F5 ਕੁੰਜੀ ਦਾ ਕੀ ਕੰਮ ਹੈ। ਠੀਕ ਹੈ ਜੀ। F5 ਦਾ ਕੀ ਕੰਮ ਹੈ, ਇੱਕ ਵੈਬ ਪੰਨਾ ਤਾਜ਼ਾ ਕਰਨਾ। ਠੀਕ ਹੈ ਜੀ। ਭਾਵੇਂ ਆਪਾਂ ਕੋਈ ਕੰਮ ਕਰ ਰਹੇ ਹਾਂ, ਠੀਕ ਹੈ ਜੀ, ਵੈਬ ਪੇਜ 'ਤੇ, ਸੋ ਇਹ ਕਰਦਾ, ਉਸ ਨੂੰ ਕੀ ਕਰਦਾ ਹੈ, ਰੀਫਰੈਸ਼ ਕਰਦਾ, ਤਾਜ਼ਾ ਭਾਵ ਨਵਾਂ ਇੱਕ ਵੈਬ ਪੇਜ ਆਪਾਂ ਨੂੰ ਤਿਆਰ ਕਰਕੇ ਦੇ ਦਿੰਦਾ F5। ਠੀਕ ਹੈ ਜੀ। ਰੀਫਰੈਸ਼ ਲਈ ਇਹ ਜੋ ਹੈ ਕੀ ਵਰਤੀ ਜਾਂਦੀ ਹੈ, F5 ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ 74 ਕੁਐਸਚਨ, ਇੱਕ ਪ੍ਰੋਗਰਾਮਿੰਗ ਲੈਂਗੁਏਜ ਪ੍ਰੋਸੈਸਰ ਕੀ ਹੈ। ਠੀਕ ਹੈ ਜੀ। ਇਹਦੀ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਇਹ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਇੱਕ ਪ੍ਰੋਗਰਾਮ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਦੂਜੀ ਪ੍ਰੋਗਰਾਮ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ। ਠੀਕ ਹੈ ਜੀ। ਸੋ ਧਿਆਨ ਨਾਲ ਇੱਕ ਵਾਰੀ ਫਿਰ ਮੈਂ ਰਿਪੀਟ ਕਰ ਰਿਹਾ, ਤੁਸੀਂ ਧਿਆਨ ਨਾਲ ਸਮਝ ਲਓ, ਧਿਆਨ ਨਾਲ ਕੋਸ਼ਿਸ਼ ਕਰੋ ਸਮਝਣ ਦੀ। ਇੱਕ ਪ੍ਰੋਗਰਾਮਿੰਗ ਲੈਂਗੁਏਜ ਪ੍ਰੋਸੈਸਰ ਕੀ ਹੈ। ਠੀਕ ਹੈ, ਜੋ ਇਸ ਦੀ ਡੈਫੀਨੇਸ਼ਨ ਹੈ ਉਹ ਜੀ ਇਹ ਇੱਕ ਕੰਪਿਊਟਰ ਪ੍ਰੋਗਰਾਮ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਜੋ ਇੱਕ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ, ਠੀਕ ਹੈ ਜੀ, ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਨੂੰ ਕੀ ਕਰਦੇ, ਦੂਜੀ ਪ੍ਰੋਗਰਾਮਿੰਗ ਭਾਸ਼ਾ ਵਿੱਚ ਅਨੁਵਾਦ ਭਾਵ ਬਦਲ ਦਿੰਦੀ ਹੈ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਅਗਲਾ ਆਪਣੀ 75 ਕੁਐਸਚਨ ਆਪਣੇ ਕੋਲ, ਸਟੋਰੇਜ ਡਿਵਾਈਸ ਦੀ ਸਭ ਤੋਂ ਆਮ ਕਿਸਮ ਕੀ ਹੈ। ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਜੀ ਮੈਗਨੈਟਿਕ ਸਟੋਰੇਜ ਅਤੇ ਫਲੈਸ਼ ਮੈਮਰੀ। ਹਾਂਜੀ, ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਕਿ ਸਟੋਰੇਜ ਡਿਵਾਈਸ ਦੀ ਸਭ ਤੋਂ ਜੋ ਆਮ ਕਿਸਮ ਹੈ ਉਹ ਹੈ ਜੀ ਮੈਗਨੈਟਿਕ ਸਟੋਰੇਜ ਅਤੇ ਫਲੈਸ਼ ਮੈਮਰੀ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਵੱਧਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਹਾਂਜੀ, 76 ਕੁਐਸਚਨ ਹੈ ਜੀ ਆਪਣੇ ਕੋਲ, ਮਾਈਕਰੋਸਾਫਟ ਆਫਿਸ ਵਰਡ ਦਾ ਐਕਸਟੈਂਸ਼ਨ ਕੀ ਹੈ। ਭਾਵ ਆਪਾਂ ਕਿਸ ਤਰ੍ਹਾਂ ਇਸ ਨੂੰ ਪਛਾਣ ਸਕਦੇ ਹਾਂ। ਸੋ ਇਹਦੇ ਪਿੱਛੇ ਜੇ .DOC ਅਤੇ X ਹੋਏਗਾ, ਉਹ ਹੋਏਗਾ ਆਪਣਾ ਮਾਈਕਰੋਸਾਫਟ ਆਫਿਸ ਵਰਡ ਦਾ ਐਕਸਟੈਂਸ਼ਨ, ਆਪਾਂ ਇਸ ਨੂੰ ਕਹਿ ਸਕਦੇ ਹਾਂ। ਠੀਕ ਹੈ ਜੀ। ਸੋ ਜ਼ਰੂਰ ਧਿਆਨ 'ਚ ਰੱਖਿਓ। ਹੈ ਜੀ ਕੁਐਰਟੀ ਕੀਬੋਰਡ ਕਿਸ ਨੇ ਡਿਜ਼ਾਈਨ ਕੀਤਾ ਹੈ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ ਜੀ ਕ੍ਰਿਸਟੋਫਰ ਲੈਂਥਮ ਸੋਸਲ ਨੇ। ਠੀਕ ਹੈ ਜੀ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ। ਇਸ ਨਾਂ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ ਜੀ 78 ਕੁਐਸਚਨ ਆਪਣੇ ਕੀ ਬਣ ਰਿਹਾ, ਚਾਰਲਸ ਬੇਬੇਜ ਕੰਪਿਊਟਰ ਦਾ ਪਿਤਾ ਹੈ। ਠੀਕ ਹੈ ਜੀ। ਤੁਹਾਨੂੰ ਪਤਾ ਹੀ ਆਪਾਂ ਕੁਐਸਚਨ ਕੀਤਾ ਹੈ, ਨੇ ਕੀ ਖੋਜ ਕੀਤੀ ਸੀਗੀ। ਠੀਕ ਹੈ ਜੀ। ਉਸ ਤੋਂ ਇਲਾਵਾ ਵੀ ਇਹਨਾਂ ਨੇ ਖੋਜਾਂ ਕੀਤੀਆਂ ਸੀਗੀਆਂ, ਉਹ 3 ਆਹ ਨੇ ਅੰਤਰ ਇੰਜਨ। ਠੀਕ ਹੈ ਜੀ। ਪਾਇਲਟ। ਸੋ ਇਹ 3 ਖੋਜਾਂ ਹਨ, ਤੁਸੀਂ ਦੇਖ ਸਕਦੇ ਹੋ, ਇਹਨਾਂ ਨੇ ਅਲੱਗ ਤੋਂ ਕੀਤੀਆਂ ਸੀਗੀਆਂ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਵਿੱਚ ਰੱਖਿਓ ਇਹਨਾਂ ਨੂੰ ਵੀ। ਠੀਕ ਹੈ ਜੀ। ਸੋ ਬਾਕੀ ਚੱਲਦੇ ਆਪਾਂ ਕੁਐਸਚਨ ਦੇ ਵੱਲ। ਹਾਂਜੀ ਲਾਸਟ ਜੀ ਐਪਲ ਕੰਪਿਊਟਰਾਂ ਲਈ ਪਹਿਲੇ ਆਪਰੇਟਿੰਗ ਸਿਸਟਮ ਦਾ ਨਾਮ ਕੀ ਸੀਗੀ। ਠੀਕ ਹੈ ਜੀ। ਉਹ ਐਪਲ ਕੰਪਿਊਟਰ ਹੁੰਦੇ ਸੀ, ਉਸ ਵਿੱਚ ਜੋ ਪਹਿਲਾ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਸੀਗਾ ਉਸ ਦਾ ਨਾਮ ਸੀ ਐਪਲ DOS। ਠੀਕ ਹੈ ਜੀ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ, ਧਿਆਨ ਵਿੱਚ ਰੱਖਿਓ। ਐਪਲ DOS ਜੋ ਹੈ ਆਪਰੇਟਿੰਗ ਸਿਸਟਮ ਨਾਮ ਦਾ ਵਰਤਿਆ ਜਾਂਦਾ ਸੀਗਾ ਕੰਪਿਊਟਰ ਦੇ ਵਿੱਚ। ਠੀਕ ਹੈ ਜੀ। ਪਹਿਲੇ ਐਪਲ ਕੰਪਿਊਟਰ ਜੋ ਹੁੰਦੇ ਸੀਗੇ। ਠੀਕ ਹੈ ਜੀ। ਸੋ ਲਾਸਟ ਹੈ ਜੀ ਐਪਲ ਕੰਪਿਊਟਰਾਂ ਵਿੱਚ ਮੈਕ ਦਾ ਕੀ ਅਰਥ ਹੈ। ਠੀਕ ਹੈ ਜੀ। ਮੈਕ ਦਾ ਕੀ ਅਰਥ ਹੈ ਐਪਲ ਕੰਪਿਊਟਰ ਵਿੱਚ। ਸੋ ਇਹਦੇ 'ਚ ਬਿਲਕੁਲ ਰਾਈਟ ਆਨਸਰ ਹੈ ਜੀ ਮੈਕਿਨਟੋਸ। ਠੀਕ ਹੈ ਜੀ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਐਪਲ ਕੰਪਿਊਟਰਾਂ ਵਿੱਚ ਮੈਕ ਦਾ ਕੀ ਨਾਮ ਹੈ, ਮੈਕਿਨਟੋਸ। ਇਸਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਰੱਖਿਓ। ਬਾਕੀ ਅਗਲਾ 81ਵਾਂ ਕੁਐਸਚਨ, ਭਾਰਤ ਵਿੱਚ ਕਿਹੜਾ ਸੁਪਰ ਕੰਪਿਊਟਰ ਵਿਕਸਿਤ ਕੀਤਾ ਗਿਆ ਸੀ। ਠੀਕ ਹੈ ਜੀ। ਸੋ ਭਾਰਤ ਵਿੱਚ ਸੁਪਰ ਕੰਪਿਊਟਰ ਹੈ ਜੀ ਪਰਮ 8000। ਠੀਕ ਹੈ ਜੀ। ਇਸਦਾ ਬਿਲਕੁਲ ਰਾਈਟ ਆਨਸਰ ਹੋਏਗਾ ਭਾਰਤ ਵਿੱਚ ਸੁਪਰ ਕੰਪਿਊਟਰ ਹੈ ਉਹ ਕਿਹੜਾ ਵਿਕਸਿਤ ਕੀਤਾ ਗਿਆ, ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਪਰਮ 8000। ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ। ਸੋ ਅਗਲਾ ਜੀ 82ਵਾਂ ਕੁਐਸਚਨ, ਵਿੰਡੋ 10 ਨੂੰ ਪਬਲਿਕ ਲਈ ਕਦੋਂ ਜਾਰੀ ਕੀਤਾ ਗਿਆ ਸੀਗਾ। ਠੀਕ ਹੈ ਜੀ। ਵਿੰਡੋ 10 ਹੈ ਜੋ ਅੱਜ ਕੱਲ੍ਹ ਲੇਟੈਸਟ ਚੱਲ ਰਹੀ ਹੈ, ਸੋ ਉਸ ਨੂੰ ਕਦੋਂ ਜਾਰੀ ਕੀਤਾ ਗਿਆ ਸੀ। ਇਹਦੀ ਜੋ ਤਰੀਕ ਹੈ ਜਾਂ ਸਨ ਹੈ, ਸਾਲ ਹੈ, ਇਹ ਤੁਹਾਨੂੰ ਪੂਰੀ ਡੇਟ ਦੱਸ ਰਿਹਾ 29 ਜੁਲਾਈ 2015 ਨੂੰ ਇਹ ਜੋ ਹੈ ਜਾਰੀ ਕੀਤਾ ਗਿਆ ਸੀ। ਜ਼ਰੂਰ ਧਿਆਨ ਵਿੱਚ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਅਗਲਾ ਕੁਐਸਚਨ, ਸੰਖੇਪ ਵਿੱਚ
पिक्चर एलीमेंट की जाना जाता है, इसका नाम जी पिक्सल। ठीक है जी, पिक्सल इसका बिल्कुल राइट आंसर हो जाएगा, जरूर ध्यान में तुसीं रखियो। सो बाकी अगला क्वेश्चन 84वां क्वेश्चन किहड़ी डिवाइस भौतिक इनपुट और आउटपुट डिवाइस दोवें हो सकती है। ठीक है जी, सो ये बिल्कुल राइट आंसर मॉनीटर, स्पीकर और प्रिंटर। ठीक है, जो कि करते अपन इनपुट आउटपुट दोवें दिंदियां हैं। ठीक है जी, ਆਪਾਂ इनपुट देना आउटपुट देंगे, एक मॉनीटर हो गया, एक स्पीकर हो गया तो एक प्रिंटर हो गया। ये तिने हैं जो इनपुट और आउटपुट डिवाइस दोवें हो सकदियां हैं। ठीक है जी, सो जेकर तुहानूं पुछया जाता है। बाकी अगला क्वेश्चन है जी नियंत्रण आदेश और गलतियां भेजण लई की वरत्या जाता है। सो ये बिल्कुल राइट आंसर है जी इंटरनेट कंट्रोल मैसेज प्रोटोकॉल, भाव ICMP। ठीक है जी, इसकी फुल फॉर्म तुम जरूर ध्यान रखा करो, क्योंकि इसकी फुल फॉर्म भी पूछी जा सकती है। ICMP की फुल फॉर्म जो पूछी जा सकती है, बिल्कुल राइट आंसर होगा इंटरनेट कंट्रोल मैसेज प्रोटोकॉल, इसका बिल्कुल राइट आंसर हो जाएगा। ठीक है जी, उस तो बाद 86वां क्वेश्चन की बनना अपने को किहड़े वधेरे सुरक्षक HTTP, ठीक है जी, ਜਾਂ HTTPS है। सो ये बिल्कुल राइट आंसर है जी HTTPS इसका बिल्कुल राइट आंसर हो जाएगा, जो वधेरे सुरक्षक है। ठीक है जी, सो अगला USB का की नाम है। ठीक है जी, USB तुहानूं पता ही होगा। सो ये जो बुक काम है वो है जी ये ध्यान नाल देखो, ये एक क्रॉस प्लेटफॉर्म तकनोलॉजी है जिथे तुसीं एक डिवाइस तो दूजे डिवाइस में डाटा ट्रांसफर कर सकते हो। भावें अपने को USB होंदी है, पेन ड्राइव जी आप कह सकते हैं। ठीक है, USB। सो उस तो बाद की करते हैं, पहले आप अपनी लीड होंदी है, डाटा केबल होंदी है, उस तो बाद भी आप फोन तो कंप्यूटर या कंप्यूटर तो फोन के आप डाटा की ट्रांसफार्मिंग कर सकते हैं। ठीक है जी, सो ये जी USB का काम। सो अगला 88वां क्वेश्चन चंगे हैकरां नूं की नाम दिता जाता है जो कानूनी तौर पर सुरक्षा कमजोरी का पता लगाते हैं। ठीक है जी, उसका नाम रखा जाता, उन्होंने नाम जो रखा जाता वो रखा जाता वाइट हैड हैकर। ठीक है जी, जेकर तुम पूछा जाए चंगे हैकरां का की नाम है जिन्हों का जो कानूनी तौर पर सुरक्षा कमजोरी का पता लगाते हैं, तो बिल्कुल राइट आंसर होगा वाइट हैड हैकरस होंगे हैं जिन्होंने यह नाम दिता जाता है। ठीक है जी, सो बहुत हाई लैवल के हैकर होंगे हैं। ठीक है जी, सो जरूर ध्यान रखियो। बाकी अगला 99वां क्वेश्चन है जी लीनियर डेटा स्ट्रक्चर दीयां उदाहरणां की हैं। ठीक है जी, लीनियर डाटा स्ट्रक्चर दीयां उदाहरणां हैं जी एरे, स्टैक, कतार ते लिंक्ड। ठीक है जी, सूची इसका बिल्कुल राइट आंसर होगा एरे, स्टैक, कतार, ये जो हैं 4-5। ठीक है जी, ये लीनियर डेटा स्ट्रक्चर दीयां उदाहरणां हैं। ठीक है जी, सो जरूर ध्यान रखियो। बाकी चलते हैं जी आप अगले क्वेश्चन के वाल। आखने जी 8085 इंटेल माइक्रो प्रोसैसरां नाल किन्नियां बेसां जुड़ियां हैं। सो ये बिल्कुल राइट आंसर होगा 3 बेसां जुड़ियां हैं। ठीक है जी, उस वे 91 क्वेश्चन जी मीडियम एक्सैस कंट्रोल भाव MAC मैक। ठीक है जी, इसकी फुल फॉर्म भी आपको इतने पता लग गया है मीडियम एक्सैस कंट्रोल। ठीक है जी, का की काम है ये जो है। ठीक है जी, इसकी डेफिनेशन तुम ध्यान पढ़ सकते हो, ये इसका काम है। ठीक है जी, सो जरूर ध्यान रखियो। बाकी चलते हैं जी आप अगले क्वेश्चन के वाल। हाँ जी, अगला क्वेश्चन जी घड़ी की गति की इकाई है की है जो असी कंप्यूटर स्क्रीन पर देखते हैं। ठीक है जी, उसका जी गीगाहर्ट्ज़। ठीक है जी, तो बिल्कुल राइट घड़ी की गति जो इकाई है वो है जी गीगाहर्ट्ज़ के होंगी है, जो आप की कहते हैं कंप्यूटर की स्क्रीन पर देखते हैं। तो जरूर ध्यान रखियो। अगला जी विंडोज़ कमांड प्रोपट विच सिस्टम जानकारी लई कमांड की है। ठीक है जी, विंडो कमांड जो प्रोपट होंदा है उस सिस्टम की जानकारी का कोड की है, यही है जी उसका कोड तुसीं देख सकते हो SYSTEMINFO, यही इसकी की है कमांड है, भावें इसकी कमांड कोड है। ठीक है जी, सो जरूर ध्यान रखियो। बाकी चलते हैं जी आप अगले क्वेश्चन के वाल। हाँ जी, अगला जी POP3 भाव POP3 की है, ये है जी ईमेल प्राप्त करने लई मियारी। ठीक है जी प्रोटोकॉल है। ठीक है जी, इसका बिल्कुल राइट आंसर होगा ये जो अपनी ईमेल होंगी है। ठीक है जी, उस की करता है अपने मियारी प्रोटोकॉल का ये दस्तावेज होंदा है POP3। ठीक है जी, सो जरूर ध्यान रखियो। बाकी चलते हैं जी आप अगले क्वेश्चन के बाद। हाँ जी, अगला जी इंटल 8085 माइक्रो प्रोसैसर में किन्ने बिट होंगे हैं। सो इसका जी बिल्कुल राइट आंसर जी 8 बिट होंगे हैं, तो बेसां कितनी ने 3 बेसां होंदियां हैं। ठीक है जी, सो अगे आप करके आए हैं। सो 8 बिटा होंगे तो 3 बेसां होंदियां हैं। ठीक है जी, सो अगला जी 96वां क्वेश्चन डाटाबेस है जी बात पे गया डेटाबेस में किन्ने बिट वरते जाते हैं। सो इसका जी 64 बिट भाव 32 तो 2012 तक। ठीक है जी, 64 बिट जो है वरते जाते हैं, इसका बिल्कुल राइट आंसर होएगा। सो तो 97वें क्वेश्चन की बन अपने को फाइल एक्सटेंशनों की वरतों क्यों की जाती है। सो इसकी वरतों तां कीती है क्योंकि फाइल किस्म की पछाण कर ली। ठीक है जी, किस किस्म की फाइल है उस करके फाइल ठीक है जी एक्सटेंशनों की वरतों की जाती है। सो जरूर ध्यान रखियो। सो लास्ट है जी
98 ਕੁਐਸਚਨ ਕੀ ਬਣਨਾ ਆਪਣੇ ਕੋਲ, ਇੱਕ ਮਾਈਕਰੋ ਪ੍ਰੋਸੈਸਰ ਯੂਨਿਟ, ਮੈਮਰੀ ਯੂਨਿਟ ਅਤੇ ਇਨਪੁਟ ਆਊਟਪੁੱਟ ਯੂਨਿਟ ਕੀ ਬਣਦਾ ਹੈ। ਸੋ ਇੱਦਾਂ ਜੋ ਬਿਲਕੁਲ ਰਹਿਣਾ ਉਹਦੇ ਮਾਈਕਰੋ ਕੰਪਿਊਟਰ ਬਣ ਜਾਂਦਾ ਹੈ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ। ਠੀਕ ਹੈ ਜੀ। ਸੋ ਅਗਲਾ 99 ਕੁਐਸਚਨ, ਹੈਕਸਾਡੈਸੀਮਲ ਨੰਬਰ ਸਿਸਟਮਾਂ ਦੁਆਰਾ ਵਰਤਿਆ ਜਾਣ ਵਾਲਾ ਚਿੰਨ੍ਹ ਕੀ ਹੈ। ਸੋ ਇਹ ਹੈ ਜੀ ਇਹਨਾਂ ਦੇ ਚਿੰਨ੍ਹ। ਠੀਕ ਹੈ ਜੀ। ਇਸ ਤੋਂ ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ। ਠੀਕ। ਅਗਲਾ ਕੁਐਸਚਨ ਹੈ ਜੀ 100 ਕੁਐਸਚਨ, ਕਿਸ ਸਾਲ IBM ਦੁਆਰਾ ਵਿਕਸਿਤ, ਠੀਕ ਹੈ ਜੀ, IBM ਦੁਆਰਾ ਵਿਕਸਿਤ ਕੀਤਾ ਗਿਆ ਸੁਪਰ ਕੰਪਿਊਟਰ ਦਾ ਨਾਂ ਡੀਪ ਬਲੂ, ਠੀਕ ਹੈ, ਨੇ ਸ਼ਤਰੰਜ ਦੇ ਜਾਦੂਗਰ ਗੈਰੀ ਕਾਸਪਾਰੋਵ ਨੂੰ ਹਰਾਇਆ ਸੀਗਾ। ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ 1997 ਦੇ ਵਿੱਚ। ਠੀਕ ਹੈ ਜੀ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੋਏਗਾ। ਠੀਕ ਹੈ। ਸੋ ਬਾਕੀ ਦੇ ਜੋ ਆਪਣੇ ਕੁਐਸਚਨ ਹਨ, ਠੀਕ ਹੈ, ਉਹ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਸੋ ਅੱਜ ਦੀ ਵੀਡੀਓ ਬਸ ਇੰਨਾ ਹੀ। ਹੋਪ ਕਰਾਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ, ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਾਇਓ, ਅਤੇ ਹੋਰ ਜਾਣਕਾਰੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਤਾਂ ਮਿਲਦੇ ਹਾਂ ਜੀ ਇੱਦਾਂ ਦੀ ਇੱਕ ਹੋਰ ਨਵੀਂ ਨਾਲ, ਉਦੋਂ ਤੱਕ ਲਈ ਰੱਬ ਰਾਖਾ।